ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ 5ਵਾਂ ਭਾਗ ਬਟਵਾਰੇ ਦੀ ਸਿਆਸਤ, ਸੁਤੰਤਰਤਾ ਤੇ ਸਿੱਖ ਵਤਨ ਦੀ ਮੰਗ। ਕਾਂਡ 15 ਸਿੱਖ ਤੇ ਦੂਸਰਾ ਵਿਸ਼ਵ ਯੁੱਧ 1939 ਤੋਂ 1945। ਮਾਰਚ 1940 ਵਿੱਚ ਮੁਸਲਿਮ ਲੀਗ ਨੇ ਇੱਕ ਸਰਬ ਸੱਤਾਧਾਰੀ ਮੁਸਲਿਮ ਰਾਜ ਲਈ ਮਤਾ ਪਾਸ ਕੀਤਾ, ਜਿਸ ਵਿੱਚ ਪੰਜਾਬ ਸਮੇਤ ਮੁਸਲਿਮ ਬਹੁ ਗਿਣਤੀ ਦੇ ਇਲਾਕੇ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਮੰਗ ਨਾਲ ਸਿੱਖ ਬੜੇ ਚਿਤੰਤਰ ਹੋਏ। ਸਦੀਆਂ ਤੋਂ ਮੁਸਲਿਮ ਸਿੱਖ ਸੰਬੰਧਾਂ ਦੀ ਪ੍ਰਕਿਰਿਆ ਨੇ ਉਹਨਾਂ ਦੇ ਮਨ ਵਿੱਚ ਮੁਸਲਮਾਨਾਂ ਦੇ ਇਰਾਦਿਆਂ ਪ੍ਰਤੀ ਸ਼ੱਕ ਪੈਦਾ ਕਰ ਦਿੱਤਾ। ਸਿੱਖਾਂ ਦੇ ਲਈ ਇੱਕੋ ਇੱਕ ਚਾਰਾ ਇਹੋ ਸੀ ਕਿ ਮੁਸਲਮਾਨਾਂ ਦੀ ਮੰਗ ਦਾ ਵਿਰੋਧ ਕਰਨ ਲਈ ਕਾਂਗਰਸ ਦਾ ਸਾਥ ਦੇਣ ਜਾਂ ਆਪਣੀ ਵੱਖਰੀ ਰਿਆਸਤ ਲਈ ਸੰਘਰਸ਼ ਕਰਨ। 1939 ਤੋਂ 1945 ਦੇ ਜੰਗ ਦੇ ਸਾਲਾਂ ਦੌਰਾਨ ਸਿੱਖ ਸਿਆਸਤਦਾਨ ਪਾਕਿਸਤਾਨ ਬਣਾਉਣ ਵਾਲੀ ਲਹਿਰ ਵਿਰੁੱਧ ਹਾਰੀ ਹੋਈ ਬਾਜ਼ੀ ਜਿੱਤਣ ਲਈ ਘੋਲ ਕਰ ਰਹੇ ਸਨ। ਮੁਸਲਮਾਨ ਜਿੱਤ ਗਏ ਤਾਂ ਪੱਛਮੀ ਪਾਕਿਸਤਾਨ ਦੇ ਸਿੱਖਾਂ ਨੂੰ ਆਪਣੇ ਘਰ, ਜ਼ਮੀਨਾਂ, ਗੁਰਦੁਆਰੇ ਛੱਡ ਕੇ ਭਾਰਤ ਪ੍ਰਵਾਸ ਕਰਨਾ ਪਿਆ। ਭਾਰਤ ਸਰਕਾਰ ਵੱਲੋਂ ਮਿਲੇ ਸਲੂਕ ਤੋਂ ਅਸੰਤੋਸ਼ ਅਤੇ ਹਿੰਦੂ ਧਰਮ ਦੇ ਪੁਨਰ ਉਥਾਨ ਨੇ ਸਿੱਖ ਵਤਨ ਦੀ ਮੰਗ ਲਈ ਸਿੱਖਾਂ ਨੂੰ ਨਵੀਂ ਸ਼ਕਤੀ ਤੇ ਪ੍ਰੇਰਨਾ ਦਿੱਤੀ। 1939-40 ਦੇ ਸ਼ੋਰ ਸ਼ਰਾਬੇ ਦੇ ਯੁੱਧ ਸਮੇਂ ਭਾਰਤੀ ਰਾਜਨੀਤੀ। 3 ਸਤੰਬਰ 1939 ਨੂੰ ਗ੍ਰੇਟ ਬ੍ਰਿਟੇਨ ਬਰਤਾਨੀਆ ਨੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਭਾਰਤ ਵੱਲੋਂ ਵਾਇਸਰਾਏ ਨੇ ਵੀ ਵੈਸਾ ਹੀ ਐਲਾਨ ਕਰ ਦਿੱਤਾ। ਭਾਵੇਂ ਭਾਰਤੀ ਰਾਸ਼ਟਰੀ ਕਾਂਗਰਸ ਫਾਂਸੀਵਾਦ ਦਾ ਵਿਰੋਧ ਪ੍ਰਗਟ ਕਰ ਚੁੱਕੀ ਸੀ, ਪਰ ਇਸ ਨੇ ਭਾਰਤੀਆਂ ਦੀ ਸੰਮਤੀ ਤੋਂ ਬਿਨਾਂ ਜੰਗ ਵਿੱਚ ਸ਼ਾਮਲ ਹੋਣ ਦਾ ਵਿਰੋਧ ਕੀਤਾ। ਮੁਸਲਿਮ ਲੀਗ ਨੇ ਵੀ ਵਾਇਸਰਾਏ ਦੇ ਐਲਾਨ ਦੀ ਨੁਕਤਾਚੀਨੀ ਕੀਤੀ, ਪਰੰਤੂ ਸਰ ਸਿਕੰਦਰ ਹਯਾਤ ਖਾਨ ਤੇ ਯੂਨੀਅਨਿਸਟ ਪਾਰਟੀ ਦੇ ਮੁਸਲਮਾਨ ਜੋ ਤਕਨੀਕੀ ਪੱਖੋਂ ਮੁਸਲਿਮ ਲੀਗ ਦੇ ਮੈਂਬਰ ਸਨ, ਉਹਨਾਂ ਨੇ ਬਿਨਾਂ ਸ਼ਰਤ ਖੁੱਲ੍ਹ ਕੇ ਬਰਤਾਨੀਆ ਦੀ ਹਮਾਇਤ ਕੀਤੀ। ਸਿੱਖ ਨੇਤਾਵਾਂ ਲਈ ਯੁੱਧ ਨੇ ਜ਼ਮੀਰ ਦਾ ਸੰਕਟ ਪੈਦਾ ਕਰ ਦਿੱਤਾ। ਪਿਛਲੇ 20 ਸਾਲਾਂ ਦੀਆਂ ਘਟਨਾਵਾਂ ਨੇ ਉਹਨਾਂ ਦੀ ਰਾਜ ਪ੍ਰਤੀ ਵਫਾਦਾਰੀ ਨੂੰ ਫਿੱਕਾ ਪਾ ਦਿੱਤਾ ਸੀ, ਪਰ ਉਹ ਇਹ ਵੀ ਨਹੀਂ ਚਾਹੁੰਦੇ ਸਨ ਕਿ ਉਹਨਾਂ ਦਾ ਫਿਰਕਾ ਸ਼ਸਤਰਬੰਦ ਸੈਨਾ ਵਿੱਚ ਆਪਣੀ ਆਕਰਸ਼ਣ ਭਰੀ ਸ਼ਾਨਦਾਰ ਸਥਿਤੀ ਖਤਮ ਕਰ ਲਵੇ। ਕਾਂਗਰਸੀਆਂ ਤੇ ਮੁਸਲਿਮ ਲੀਗੀਆਂ ਦੇ ਵਿਪਰੀਤ, ਜਿਨ੍ਹਾਂ ਦਾ ਆਬਾਦੀ ਦੇ ਲੜਾਕੂ ਵਰਗਾ ਉੱਪਰ ਕੋਈ ਪ੍ਰਭਾਵ ਨਹੀਂ ਸੀ, ਸਿੱਖ ਸਿਆਸਤਦਾਨਾਂ ਤੇ ਸਿਆਸੀ ਆਗੂਆਂ ਨੂੰ ਭਰਤੀ ਕਰਾਉਣ ਵਾਲੇ ਵਿਚੋਲਿਆਂ ਵਜੋਂ ਦੋਹਰਾ ਕੰਮ ਕਰਨਾ ਪੈਣਾ ਸੀ। ਖਿਤਾਬਾਂ ਤੇ ਪਦਵੀਆਂ ਵਾਲੇ ਚੀਫ ਖਾਲਸਾ ਦੀਵਾਨ ਦੇ ਸਿੱਖ ਸਰਦਾਰਾਂ ਨੇ ਝਟਪਟ ਹੀ ਬਰਤਾਨੀਆ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਕਾਂਗਰਸੀ ਸਿੱਖਾਂ ਨੇ ਵੀ ਕਾਂਗਰਸ ਦੀ ਹਮਦਰਦੀ ਦੀ ਨੀਤੀ ਤਾਂ ਅਪਣਾ ਲਈ, ਪਰ ਕੋਈ ਸਮਰਥਨ ਨਾ ਦਿੱਤਾ। ਕਮਿਊਨਿਸਟ, ਜਿਨ੍ਹਾਂ ਦਾ ਕੇਂਦਰੀ ਜ਼ਿਲ੍ਹਿਆਂ ਵਿੱਚ ਕਾਫੀ ਪ੍ਰਭਾਵ ਸੀ, ਪਾਰਟੀ ਦੀ ਵਿਚਾਰਧਾਰਾ ਅਨੁਸਾਰ ਯੂਰਪ ਦੀ ਜੰਗ ਨੂੰ ਸਾਮਰਾਜੀਆਂ ਦੀ ਜੰਗ ਕਹਿਣ ਤੇ ਡਟੇ ਰਹੇ ਤੇ ਉਹਨਾਂ ਦੇ ਕਾਰਜਕਰਤਾ ਸਿੱਖ ਫੌਜੀਆਂ ਵਿੱਚ ਜੰਗ ਵਿਰੁੱਧ ਵਿਚਾਰ ਫੈਲਾਉਣ ਵਿੱਚ ਲੱਗੇ ਰਹੇ। ਅਕਾਲੀ, ਜਿਨ੍ਹਾਂ ਦਾ ਸਭ ਪਾਰਟੀਆਂ ਰਲਾਉਣ ਦੇ ਬਾਵਜੂਦ ਵੀ ਇਕੱਲਿਆਂ ਦਾ ਜ਼ਿਆਦਾ ਮਹੱਤਵ ਸੀ, ਉਹ ਸਭ ਤੋਂ ਵਧੇਰੇ ਉਲਝਣ ਵਿੱਚ ਤੇ ਪਰੇਸ਼ਾਨ ਸਨ। ਉਹਨਾਂ ਦੇ ਨੇਤਾਵਾਂ ਨੂੰ ਅੰਗਰੇਜ਼ਾਂ ਪ੍ਰਤੀ ਕੋਈ ਪਿਆਰ ਨਹੀਂ ਸੀ, ਕਿਉਂਕਿ ਉਹਨਾਂ ਵਿੱਚੋਂ ਬਹੁਤਿਆਂ ਨੇ ਗੁਰਦੁਆਰਾ ਅੰਦੋਲਨ ਵਿੱਚ ਵੱਖ-ਵੱਖ ਅਰਸੇ ਦੀਆਂ ਸਜ਼ਾਵਾਂ ਭੁਗਤੀਆਂ ਸਨ। ਉਹ ਮੁਸਲਿਮ ਲੀਗ ਤੇ ਅੰਗਰੇਜ਼ ਸਮਰਥਕ ਯੂਨੀਅਨਿਸਟਾਂ ਦੇ ਵੀ ਉਤਨੇ ਹੀ ਵਿਰੋਧੀ ਸਨ, ਪਰ ਉਸ ਸੈਨਾ ਵਿੱਚ ਸਿੱਖਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਕਾਇਮ ਰੱਖਣੀ ਚਾਹੁੰਦੇ ਸਨ, ਕਿਉਂਕਿ ਜਦੋਂ ਹਿਸਾਬ-ਕਿਤਾਬ ਨਜਿੱਠਣ ਦਾ ਵੇਲਾ ਆਵੇ ਤਾਂ ਉਹਨਾਂ ਦੀ ਆਪਣੀ ਫੌਜ ਹੋਵੇ। ਅਕਾਲੀ ਦਲ ਸਰਕਾਰ ਦੀ ਸਹਾਇਤਾ ਕਰਨ ਲਈ ਤੇ ਵਧੇਰੇ ਸਿੱਖ ਭਰਤੀ ਕਰਾਉਣ ਤੇ ਜ਼ੋਰ ਦਿੰਦੇ ਸਨ, ਪਰ ਨਾਲ ਹੀ ਸ਼ਾਸਨ ਨਾਲ ਨਿਗੂਣੀਆਂ ਗੱਲਾਂ ਦੀ ਢੁੱਚਰ ਵੀ ਢਾਉਂਦੇ ਸੀ, ਜਿਵੇਂ ਕਿ ਰੇਲਵੇ ਸਟੇਸ਼ਨਾਂ ਤੇ ਝਟਕਾ ਪ੍ਰਸ਼ਾਦ ਨਹੀਂ ਮਿਲਦਾ ਜਾਂ ਜੇਲ੍ਹ ਅਧਿਕਾਰੀ ਸਿੱਖ ਕੈਦੀਆਂ ਨੂੰ ਕਿਰਪਾਨ ਪਹਿਨਣ ਦੀ ਆਗਿਆ ਨਹੀਂ ਦਿੰਦੇ। ਅਕਾਲੀਆਂ ਦੇ ਸਮਰਥਨ ਵਿੱਚ ਸਰਗਰਮੀ ਤੇ ਜੋਸ਼ ਦੀ ਘਾਟ ਕਾਰਨ ਤੇ ਸਾਮਰਾਜੀ ਜੰਗ ਦੇ ਦੌਰ ਸਮੇਂ ਕਮਿਊਨਿਸਟਾਂ ਦੇ ਵਿਰੋਧ ਕਾਰਨ ਸਿੱਖ ਕਿਰਸਾਨੀ ਫੌਜ ਵਿੱਚ ਭਰਤੀ ਹੋਣ ਤੋਂ ਝਿਜਕਦੀ ਰਹੀ ਤੇ ਕੁਝ ਪਲਟਨਾਂ ਵਿੱਚ ਅਸੰਤੁਸ਼ਟਤਾ ਤੇ ਬੇਚੈਨੀ ਵੀ ਫੈਲੀ। ਕੇਂਦਰੀ ਸਿੱਖ ਰਸਾਲੇ ਦੀ ਇੱਕ ਪਲਟਨ ਨੇ ਸਮੁੰਦਰੋਂ ਪਾਰ ਜਾਣ ਤੋਂ ਇਨਕਾਰ ਕਰ ਦਿੱਤਾ। ਲਗਭਗ 100 ਸੈਨਿਕਾਂ ਨੂੰ ਫੌਜੀ ਅਦਾਲਤ ਵੱਲੋਂ ਸਜ਼ਾ ਦਿੱਤੀ ਗਈ ਤੇ ਕੁਝ ਫਾਂਸੀ ਲਾਏ ਗਏ। 94 ਪੰਜਾਬ ਪਲਟਨ ਦੇ ਕੁਝ ਸਿੱਖ ਭਗੌੜੇ ਹੋ ਗਏ। ਰਾਇਲ ਇੰਡੀਅਨ ਆਰਮ ਸਪਲਾਈ ਕੋਰ ਦੇ ਸਿੱਖਾਂ ਨੇ, ਜੋ ਅਫਰੀਕਾ ਵਿੱਚ ਨੌਕਰੀ ਕਰ ਰਹੇ ਸਨ, ਸਮਾਨ ਲੱਦਣ ਤੋਂ ਇਸ ਬਹਾਨੇ ਇਨਕਾਰ ਕਰ ਦਿੱਤਾ ਕਿ ਉਹ ਕੁਲੀ ਨਹੀਂ ਸਨ। ਇਹਨਾਂ ਤੇ ਹੋਰ ਅਜਿਹੀਆਂ ਘਟਨਾਵਾਂ ਨੇ ਅਧਿਕਾਰੀਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਸਿੱਖਾਂ ਦੀ ਭਰਤੀ ਉੱਪਰ ਅਸਥਾਈ ਰੋਕ ਲਾ ਦੇਣ। ਸਥਿਤੀ ਦੀ ਪੜਤਾਲ ਕਰਨ ਲਈ ਇੱਕ ਕਮੇਟੀ ਨਿਯੁਕਤ ਕਰ ਦਿੱਤੀ ਗਈ। ਇਸ ਕਮੇਟੀ ਨੂੰ ਸੈਨਾ ਵਿੱਚ ਕਮਿਊਨਿਸਟ ਘੁਸਪੈਠ ਦੇ ਸਬੂਤ ਵੀ ਮਿਲੇ ਤੇ ਇਸ ਨੂੰ ਸਿੱਖਾਂ ਵਿੱਚ ਇਸ ਕਾਰਨ ਫੈਲੀ ਹੋਈ ਬੇਚੈਨੀ ਦਾ ਵੀ ਪਤਾ ਚੱਲਿਆ ਕਿ ਸਿੱਖ ਯੂਨੀਅਨਿਸਟ ਮੰਤਰੀ ਮੰਡਲ ਦੀ
ਮੁਸਲਿਮ ਲੀਗ ਨਾਲ ਸਾਂਝ ਤੇ ਤਾਲਮੇਲ ਤੋਂ ਵੀ ਦੁਖੀ ਸਨ, ਜੋ ਪੰਜਾਬ ਵਿੱਚ ਮੁਸਲਿਮ ਰਾਜ ਦੀਆਂ ਗੱਲਾਂ ਕਰ ਰਹੀ ਸੀ। ਸਿੱਖਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ ਗਈਆਂ ਤੇ ਸਿੱਖ ਨੇਤਾਵਾਂ ਨੂੰ ਭਰੋਸਾ ਦਿੱਤਾ ਗਿਆ ਕਿ ਮੁਸਲਮਾਨਾਂ ਨੂੰ ਭਰਮਾਉਣ ਤੇ ਪਤਿਆਉਣ ਲਈ ਸਿੱਖ ਹਿੱਤ ਕੁਰਬਾਨ ਨਹੀਂ ਕੀਤੇ ਜਾਣਗੇ। ਭਰਤੀ ਵਿੱਚ ਤੇਜ਼ੀ ਲਿਆਉਣ ਲਈ ਮਹਾਰਾਜਾ ਪਟਿਆਲਾ ਦੀ ਪ੍ਰਧਾਨਗੀ ਅਧੀਨ ਖਾਲਸਾ ਡਿਫੈਂਸ ਆਫ ਇੰਡੀਆ ਲੀਗ ਦੀ ਸਥਾਪਨਾ ਕੀਤੀ ਗਈ। ਸਿੱਖਾਂ ਦੀ ਭਰਤੀ ਉੱਪਰ ਲਾਈ ਰੋਕ ਖਤਮ ਕਰ ਦਿੱਤੀ ਗਈ। ਇਹ ਸਮੱਸਿਆ ਜੰਗੀ ਕੋਸ਼ਿਸ਼ਾਂ ਵਿੱਚ ਅੰਗਰੇਜ਼ਾਂ ਦੇ ਹੱਕ ਜਾਂ ਵਿਰੋਧ ਨਾਲੋਂ ਕਿਤੇ ਗੁੰਝਲਦਾਰ ਸੀ। ਸਿੱਖਾਂ ਨੇ ਆਪਣੇ ਭਰਤੀ ਸਾਥੀਆਂ ਦੇ ਨਾਲ ਸਮਝੌਤਾ ਕਰਨਾ ਸੀ। ਇਹਨਾਂ ਵਿੱਚੋਂ ਹਿੰਦੂ ਵੀ ਸਨ, ਜੋ ਵਧੇਰੇ ਕਾਂਗਰਸ ਸਮਰਥਕ ਸਨ, ਤੇ ਮੁਸਲਮਾਨ ਵੀ, ਜਿਨ੍ਹਾਂ ਚੋਂ ਵਧੇਰੇ ਇੱਕ ਸੁਤੰਤਰ ਮੁਸਲਿਮ ਰਾਜ ਦੇ ਵਿਚਾਰ ਨਾਲ ਭਾਵਕ ਤੌਰ ਤੇ ਉਤੇਜਿਤ ਸਨ। ਆਪਣੇ ਵਤਨ ਵਾਸੀਆਂ ਨਾਲ ਸਮਝੌਤਾ ਕਰਨ ਸਮੇਂ ਸਿੱਖ ਨੇਤਾ ਕਿਸੇ ਨਿਸ਼ਚਿਤ ਦ੍ਰਿਸ਼ਟੀਕੋਣ ਦੀ ਅਣਹੋਂਦ ਕਾਰਨ ਪਰੇਸ਼ਾਨ ਸਨ ਤੇ ਅਫਰਾ ਤਫਰੀ ਵਿੱਚ ਉਲਝੇ ਹੋਏ ਸਨ। ਜੰਗੀ ਕੋਸ਼ਿਸ਼ਾਂ ਦੀ ਪੈਰਵੀ ਕਰਨ ਵਿੱਚ ਵਾਇਸਰਾਏ ਵੱਲੋਂ ਸਭ ਰਾਜਸੀ ਪਾਰਟੀਆਂ ਦਾ ਸਹਿਯੋਗ ਲੈਣ ਦੇ ਯਤਨ ਨਾਕਾਮ ਹੋ ਗਏ। ਕਾਂਗਰਸੀ ਮੰਤਰੀ ਮੰਡਲਾਂ ਦੇ ਤਿਆਗ ਪੱਤਰ ਦੇਣ ਤੇ 7 ਸੂਬਿਆਂ ਵਿੱਚ ਗਵਰਨਰਾਂ ਨੇ ਸ਼ਾਸਨ ਦੀ ਵਾਗਡੋਰ ਸੰਭਾਲੀ। ਸਿਰਫ 4 ਸੂਬਿਆਂ ਵਿੱਚ ਮੁਸਲਿਮ ਲੀਗ ਯਾਨੀ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਸਰਕਾਰ ਦਾ ਕਾਰ-ਵਿਹਾਰ ਚਲਾਉਣ ਦੇ ਸਮਰੱਥ ਰਹੀ। ਜਦੋਂ ਮੁਸਲਿਮ ਲੀਗ ਨੇ ਬੜੀ ਉਤਸੁਕਤਾ ਨਾਲ ਖਾਲੀ ਹੋਈ ਥਾਂ ਭਰ ਦਿੱਤੀ, ਕਾਂਗਰਸ ਨੇ ਅਸਹਿਯੋਗ ਦਾ ਫੈਸਲਾ ਮੁੜ ਦੁਹਰਾਇਆ ਤੇ ਹੋਰ ਵੀ ਅਲੱਗ-ਥਲੱਗ ਹੋ ਗਈ। ਸੁਭਾਸ਼ ਚੰਦਰ ਬੋਸ ਤੇ ਸਰਦੂਲ ਸਿੰਘ ਕਵੀਸ਼ਰ 1963 ਵਿੱਚ ਉਸ ਦੀ ਮੌਤ ਹੋ ਗਈ ਦਾ ਧੜਾ ਮੁੱਖ ਦਲ ਯਾਨੀ ਕਾਂਗਰਸ ਨਾਲੋਂ ਟੁੱਟ ਕੇ ਅੰਗਰੇਜ਼ਾਂ ਦੀ ਵਧੇਰੇ ਵਿਰੋਧਤਾ ਸੰਗਠਿਤ ਕਰਨ ਵਿੱਚ ਜੁਟ ਗਿਆ। ਕੁਝ ਦਿਨ ਮਗਰੋਂ ਮੁਸਲਿਮ ਲੀਗ ਨੇ ਆਪਣੇ ਲਾਹੌਰ ਸਮਾਗਮ ਵਿੱਚ ਰਸਮੀ ਤੌਰ ਤੇ ਮਤਾ ਪਾਸ ਕਰ ਦਿੱਤਾ ਕਿ ਉਸ ਦਾ ਨਿਸ਼ਾਨਾ ਇੱਕ ਸੁਤੰਤਰ ਮੁਸਲਿਮ ਰਿਆਸਤ ਸੀ। ਮਿਸਟਰ ਜਿਨ੍ਹਾਂ ਨੇ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ। ਸਰ ਸਿਕੰਦਰ ਹਯਾਤ ਖਾਂ, ਜਿਸ ਨੇ ਲਾਹੌਰ ਮਤੇ ਦੇ ਮੂਲ ਖਰੜੇ ਦੀ ਸਰਪ੍ਰਸਤੀ ਕੀਤੀ ਸੀ, ਉਸਨੇ ਗੈਰ ਮੁਸਲਮਾਨਾਂ ਦੇ ਸ਼ੱਕ ਸ਼ੁਬੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਕਿਹਾ, ਅਸੀਂ ਅਜਿਹੀ ਆਜ਼ਾਦੀ ਨਹੀਂ ਚਾਹੁੰਦੇ ਜਿਸ ਵਿੱਚ ਇੱਥੇ ਮੁਸਲਿਮ ਹਕੂਮਤ ਹੋਵੇ ਤੇ ਉੱਥੇ ਹਿੰਦੂ ਰਾਜ। ਜੇ ਪਾਕਿਸਤਾਨ ਦਾ ਭਾਵ ਇਹ ਹੈ ਤਾਂ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ। ਜੇ ਤੁਸੀਂ ਪੰਜਾਬ ਲਈ ਸਹੀ ਤੇ ਸੱਚੀ ਆਜ਼ਾਦੀ ਚਾਹੁੰਦੇ ਹੋ, ਭਾਵ ਇਹ ਕਿ ਜਿਸ ਵਿੱਚ ਹਰ ਫਿਰਕੇ ਨੂੰ ਆਰਥਿਕ ਤੇ ਪ੍ਰਬੰਧਕ ਖੇਤਰਾਂ ਵਿੱਚ ਸਾਂਝੇ ਤੌਰ ਤੇ ਭਾਈਵਾਲੀ ਪ੍ਰਾਪਤ ਹੋਵੇ, ਤਾਂ ਉਹ ਪੰਜਾਬ ਪਾਕਿਸਤਾਨ ਨਹੀਂ ਹੋਵੇਗਾ, ਸਗੋਂ ਸਿਰਫ ਪੰਜਾਬ ਹੋਵੇਗਾ, ਪੰਜਾਂ ਦਰਿਆਵਾਂ ਦਾ ਪੰਜਾਬ। ਪੰਜਾਬ ਪੰਜਾਬ ਹੈ ਤੇ ਇਹ ਸਦਾ ਪੰਜਾਬ ਹੀ ਰਹੇਗਾ, ਭਾਵੇਂ ਕੋਈ ਕੁਝ ਪਿਆ ਕਹੇ। ਇਹ ਸੰਖੇਪ ਵਿੱਚ ਉਹ ਰਾਜਸੀ ਭੁੱਖ ਹੈ ਜੋ ਮੈਂ ਆਪਣੇ ਪ੍ਰਾਂਤ ਦੇ ਮੁਲਕ ਲਈ ਨਵੇਂ ਵਿਧਾਨ ਅਨੁਸਾਰ ਵੇਖ ਰਿਹਾ ਹਾਂ। ਸਿੱਖ ਨੇਤਾ ਇਸ ਸ਼ਬਦਾਂ ਦੀ ਜਾਦੂਗਰੀ ਤੋਂ ਪ੍ਰਭਾਵਿਤ ਨਾ ਹੋਏ। ਇਸ ਦੇ ਵਿਪਰੀਤ ਉਹਨਾਂ ਨੂੰ ਭਰੋਸਾ ਸੀ ਕਿ ਮੁਸਲਿਮ ਯੂਨੀਅਨਿਸਟ ਮੁਸਲਿਮ ਲੀਗ ਦੇ ਮਿਸਟਰ ਹਾਈਡ ਦਾ ਦੂਸਰਾ ਪਹਿਲੂ ਡਾਕਟਰ ਜੈਕਲ ਹੀ ਹੈ ਤੇ ਸਰ ਸਿਕੰਦਰ ਹਯਾਤ ਖਾਂ ਬਸ ਇੱਕ ਹੋਰ ਦੁਬਾਜਰਾ ਕਪਟੀ ਸਿਆਸਤਦਾਨ ਸੀ। ਸਿੱਖ ਬੜੀ ਕਪਟ ਭਰੀ ਸਥਿਤੀ ਵਿੱਚ ਸਨ। ਉਹਨਾਂ ਨੂੰ 2 ਵਿਰੋਧੀ ਲਹਿਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਕ ਦੀ ਅਗਵਾਈ ਸਮੁੱਚੇ ਮੁਲਕ ਦੀ ਸੁਤੰਤਰਤਾ ਲਈ ਕਾਂਗਰਸ ਕਰ ਰਹੀ ਸੀ ਤੇ ਦੂਸਰੀ ਦੀ ਅਗਵਾਈ ਇੱਕ ਆਜ਼ਾਦ ਮੁਸਲਿਮ ਰਾਜ ਲਈ ਮੁਸਲਿਮ ਲੀਗ ਕਰ ਰਹੇ ਸਨ, ਜਿੱਥੇ ਸਿੱਖ ਰਹਿੰਦੇ ਸਨ। ਕਾਂਗਰਸੀ ਨੇਤਾ, ਭਾਵੇਂ ਉਹ ਕਿਤਨਾ ਵੀ ਸਿੱਖਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਸਨ, ਸਿੱਖਾਂ ਨੂੰ ਉਹ ਅਧਿਕਾਰ ਦੇਣ ਲਈ ਤਿਆਰ ਨਹੀਂ ਸਨ ਜੋ ਉਹਨਾਂ ਨੂੰ ਅੰਗਰੇਜ਼ੀ ਰਾਜ ਅਧੀਨ ਮਿਲੇ ਸਨ। ਇਸ ਦੇ ਉਲਟ ਰਾਸ਼ਟਰਵਾਦੀ ਵੱਖਰੇ ਚੋਣ ਹਲਕੇ ਤੇ ਅਧਿਕਾਰਾਂ ਨੂੰ, ਜਿਨ੍ਹਾਂ ਦਾ ਆਧਾਰ ਜ਼ਾਤ ਜਾਂ ਧਰਮ ਸੀ, ਉਹਨਾਂ ਨੂੰ ਖਤਮ ਕਰਨ ਦੀ ਸੋਚ ਰਹੇ ਸਨ। ਲੀਗ ਨੇ ਥੋੜ੍ਹਾ ਜਿਹਾ ਭਰੋਸਾ ਦਿੱਤਾ, ਪਰ ਸਿੱਖਾਂ ਨੂੰ ਉਸ ਥੋੜ੍ਹੇ ਜਿਹੇ ਭਰੋਸੇ ਤੇ ਵੀ ਕੋਈ ਇਤਬਾਰ ਨਹੀਂ ਸੀ। ਸਿੱਖ ਕਿਹੜਾ ਮਾਰਗ ਅਪਣਾਉਂਦੇ? ਕਿ ਉਹ ਕਾਂਗਰਸ ਤੇ ਲੀਗ ਦੇ ਮਤਭੇਦਾਂ ਦੇ ਲਾਭ ਉਠਾ ਕੇ ਦੋਹਾਂ ਤੋਂ ਰਿਆਇਤਾਂ ਲੈਂਦੇ, ਜਾਂ ਕਾਂਗਰਸ ਤੇ ਲੀਗ ਦੋਹਾਂ ਨੂੰ ਅਣਗੌਲਿਆਂ ਕਰਕੇ ਆਪਣੇ ਸੁਤੰਤਰ ਰਾਜ ਲਈ ਯਤਨ ਕਰਦੇ। ਕਈ ਰਾਜਸੀ ਆਗੂ ਇੱਕ ਪ੍ਰਕਾਰ ਦੀ ਨੀਤੀ ਦੀ ਵਕਾਲਤ ਕਰਦੇ ਤਾਂ ਦੂਸਰੀ ਧਿਰ ਉਸ ਦਾ ਸਮੁੱਚਾ ਵਿਰੋਧ ਕਰਦੀ। ਹਾਲਾਤ ਇਤਨੀ ਤੇਜ਼ੀ ਨਾਲ ਵਧੇ ਕਿ ਉਹਨਾਂ ਕੋਲ ਮਿਲ ਬੈਠ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਇੱਕ ਸਾਂਝਾ ਰਾਜਸੀ ਵਿਚਾਰ ਇਕਮੁੱਠ ਹੋ ਕੇ ਪੇਸ਼ ਕਰਨ ਦਾ ਸਮਾਂ ਹੀ ਨਾ ਰਿਹਾ। ਭਾਰਤ ਦਾ ਇਹ ਰਾਜਸੀ ਗਤੀਰੋਧ ਯੂਰਪ ਦੀ ਕਲਪਤ ਜੰਗ ਦੀ ਸਮਾਪਤੀ ਨਾਲ ਹੀ ਸਮਾਪਤ ਹੋਇਆ। ਅਪ੍ਰੈਲ 1940 ਵਿੱਚ ਨਾਜ਼ੀਆਂ ਨੇ ਨਾਰਵੇ, ਡੈਨਮਾਰਕ, ਹਾਲੈਂਡ, ਬੈਲਜੀਅਮ ਤੇ ਅਧਿਕਾਰ ਕਰ ਲਿਆ ਤੇ ਫਰਾਂਸੀਸੀ ਮੁਕਾਬਲਾ ਖਤਮ ਹੋ ਗਿਆ। ਬਰਤਾਨੀਆ ਵੀ ਡੰਕਿਨ ਵਿੱਚ ਮਸਾਂ ਹੀ ਤਬਾਹੀ ਤੋਂ ਬਚਿਆ। ਮਈ ਵਿੱਚ ਵਿੰਸਟਨ ਚਰਚਲ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਕਾਰਜਭਾਰ ਸੰਭਾਲਿਆ ਤੇ ਉਸਨੇ
ਐਲ.ਐਸ. ਐਮਰੇ ਨੂੰ ਭਾਰਤ ਸਕੱਤਰ ਬਣਾ ਲਿਆ। ਲਾਰਡ ਲਿਨਲਿਥਗੋ ਨੇ ਭਾਰਤੀ ਅੜਿੱਕਾ ਹੱਲ ਕਰਨ ਲਈ ਆਪਣੇ ਯਤਨ ਮੁੜ ਸ਼ੁਰੂ ਕਰ ਦਿੱਤੇ। ਅਗਸਤ ਵਿੱਚ ਉਸਨੇ ਆਪਣੀ ਕਾਰਜਕਾਰੀ ਕੌਂਸਲ ਦਾ ਵਿਸਥਾਰ ਕਰਨ ਤੇ ਭਾਰਤੀ ਮੈਂਬਰ ਲੈ ਕੇ ਜੰਗੀ ਸਲਾਹਕਾਰ ਕਮੇਟੀ ਕਾਇਮ ਕਰਨ ਦੀ ਪੇਸ਼ਕਸ਼ ਕੀਤੀ। ਉਸਨੇ ਜੰਗ ਦੇ ਸਫਲਤਾਪੂਰਵਕ ਖਾਤਮੇ ਪਿੱਛੋਂ ਘੱਟ ਗਿਣਤੀਆਂ ਲਈ ਉਚਿਤ ਸੁਰੱਖਿਆ ਉਪਾਵਾਂ ਸਮੇਤ ਨਵੇਂ ਸੰਵਿਧਾਨ ਦੀ ਤਜਵੀਜ਼ ਵੀ ਪੇਸ਼ ਕੀਤੀ। ਕਾਂਗਰਸ ਲੀਗ ਦੋਹਾਂ ਨੇ ਹੀ ਅਗਸਤ ਪੇਸ਼ਕਸ਼ ਰੱਦ ਕਰ ਦਿੱਤੀ। ਕਾਂਗਰਸ ਨੇ ਤਾਂ ਹੋਰ ਵੀ ਅਗਲਾ ਕਦਮ ਉਠਾ ਕੇ ਸਿਵਲ ਨਾਫਰਮਾਨੀ ਦੀ ਇੱਕ ਹੋਰ ਲਹਿਰ ਸ਼ੁਰੂ ਕਰ ਦਿੱਤੀ। ਸੁਭਾਸ਼ ਚੰਦਰ ਬੋਸ ਆਪਣੇ ਕਲਕੱਤਾ ਵਾਲੇ ਘਰ ਤੋਂ ਰੂਪੋਸ਼ ਹੋ ਗਿਆ। ਕੁਝ ਹਫ਼ਤੇ ਮਗਰੋਂ ਉਸ ਦੀ ਆਵਾਜ਼ ਜਰਮਨੀ ਦੇ ਰੇਡੀਓ ਤੋਂ ਦੇਸ਼ ਵਾਸੀਆਂ ਨੂੰ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਲਈ ਪ੍ਰੇਰਨਾ ਦਿੰਦੀ ਸੁਣੀ ਗਈ। 1941 ਦੀਆਂ ਗਰਮੀਆਂ ਵਿੱਚ ਜੰਗ ਇੱਕ ਗੰਭੀਰ ਦੌਰ ਵਿੱਚ ਦਾਖਲ ਹੋ ਗਈ। ਫਾਸ਼ੀ ਤਾਕਤਾਂ ਨੇ ਯੂਗੋਸਲਾਵੀਆ ਤੇ ਯੂਨਾਨ ਤੇ ਹਮਲਾ ਕਰ ਦਿੱਤਾ। ਜਰਮਨੀ ਨੇ ਰੂਸ ਤੇ ਹਮਲਾ ਕੀਤਾ ਤੇ ਨਾਜ਼ੀ ਸ਼ਸਤਰਬੱਧ ਫੌਜ ਨੇ ਰੂਸ ਦੇ ਮਾਰਗ ਤੇ ਤੁਰਦਿਆਂ ਰੂਸ ਨੂੰ ਤਕੜਾ ਝਟਕਾ ਦਿੱਤਾ। ਜਨਰਲ ਰੋਮੇਲ ਨੇ ਮੱਧ ਪੂਰਬ ਲਈ ਖਤਰਾ ਪੈਦਾ ਕਰ ਦਿੱਤਾ। ਯਰੂਸ਼ਲਮ ਦੇ ਮੁਫਤੀ ਦੇ ਅਰਬੀ ਪੈਰੋਕਾਰਾਂ ਨੇ ਕੇਂਦਰੀ ਤਾਕਤਾਂ ਦਾ ਸਮਰਥਨ ਕਰ ਦਿੱਤਾ। ਮਿੱਤਰ ਦੇਸ਼ਾਂ ਨੂੰ ਲਗਾਤਾਰ ਹਾਰਾਂ ਕਾਰਨ ਭਾਰਤ ਵਿੱਚ ਨਿਰਾਸ਼ਤਾ ਛਾ ਗਈ। ਬਰਤਾਨੀਆ ਦੇ ਹਥਿਆਰ ਸੁੱਟਣ 'ਚ ਕਿਤਨਾ ਕੁ ਸਮਾਂ ਲੱਗੇਗਾ? ਕੀ ਫਾਸ਼ੀ ਤਾਕਤਾਂ ਭਾਰਤ ਉੱਪਰ ਅਧਿਕਾਰ ਕਰ ਲੈਣਗੀਆਂ? ਕੀ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਗ੍ਰਹਿ ਯੁੱਧ ਹੋਵੇਗਾ? ਇਹੋ ਜਿਹੇ ਸਵਾਲ ਸਨ ਜੋ ਲੋਕ ਇੱਕ ਦੂਸਰੇ ਤੋਂ ਪੁੱਛਦੇ। ਸਿੱਖ ਵੀ ਬੇਚੈਨ ਹੋ ਉੱਠੇ। ਯੂਨੀਅਨਿਸਟ ਰਾਜ ਪ੍ਰਬੰਧ ਵਿਰੁੱਧ ਖਾਲਸਾ ਵਿਦਰੋਹ ਦੀਆਂ ਅਫਵਾਹਾਂ ਗਰਮ ਸਨ। ਬਹੁਤ ਭਾਰੀ ਇਕੱਠ ਵਾਲੇ ਸਮਾਗਮ ਵਿੱਚ ਅੰਮ੍ਰਿਤਸਰ ਵਿੱਚ ਯੂਨੀਅਨਿਸਟ ਮੰਤਰੀ ਮੰਡਲ ਦੇ ਮੁਸਲਿਮ ਰਾਜ ਦੀ ਨਖੇਦੀ ਕਰਨ ਲਈ ਮਤਾ ਪਾਸ ਕੀਤਾ ਗਿਆ। ਇਸ ਤਰ੍ਹਾਂ ਆਪਣੀ ਹਵਾੜ ਕੱਢ ਕੇ ਨੇਤਾ ਫਿਰ ਘਬਰਾਹਟ ਤੇ ਚਿੰਤਾ ਭਰੀ ਚੁੱਪ ਧਾਰਨ ਕਰ ਗਏ। ਲਾਰਡ ਲਿਨਲਿਥਗੋ ਨੇ ਕਾਂਗਰਸ ਤੇ ਲੀਗ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਛੱਡ ਦਿੱਤੀਆਂ। ਜੁਲਾਈ 1941 ਵਿੱਚ ਉਸਨੇ ਆਪਣੀ ਕਾਰਜਕਾਰਨੀ ਕੌਂਸਲ ਦੀ ਗਿਣਤੀ 7 ਤੋਂ ਵਧਾ ਕੇ 12 ਕਰਨ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ 8 ਭਾਰਤੀ ਹੋਣੇ ਸਨ। ਉਸਨੇ 30 ਮੈਂਬਰਾਂ ਦੀ ਡਿਫੈਂਸ ਕੌਂਸਲ ਦੀ ਸਥਾਪਨਾ ਕੀਤੀ ਤੇ ਇਸ ਵਿੱਚ 2 ਸਿੱਖ ਨਾਮਜ਼ਦ ਕੀਤੇ ਤੇ 1 ਸਾਲ ਮਗਰੋਂ ਸਰ ਜੋਗਿੰਦਰ ਸਿੰਘ ਨੂੰ ਕਾਰਜਕਾਰਨੀ ਸਭਾ ਵਿੱਚ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਦਾ ਸੱਦਾ ਦਿੱਤਾ। ਏਸ਼ੀਆ ਵਿੱਚ ਜੰਗ ਬਾਰੇ ਸਿੱਖਾਂ ਦਾ ਦ੍ਰਿਸ਼ਟੀਕੋਣ। ਪਰਲ ਹਾਰਬਰ ਦੀ 7 ਦਸੰਬਰ 1941 ਦੀ ਘਟਨਾ ਤੋਂ ਕੁਝ ਮਹੀਨੇ ਪਹਿਲਾਂ ਜਾਪਾਨੀ ਪ੍ਰਤੀਨਿਧਾਂ ਨੇ ਥਾਈਲੈਂਡ, ਚੀਨ, ਹਾਂਗਕਾਂਗ, ਕੰਬੋਡੀਆ, ਫਿਲੀਪਾਈਨਜ਼, ਬਰਮਾ, ਮਲਾਇਆ ਤੇ ਸਿੰਗਾਪੁਰ ਵਿੱਚ ਭਾਰਤੀ ਫਿਰਕਿਆਂ ਤੇ ਸੰਗਠਨਾਂ ਨਾਲ ਸੰਪਰਕ ਕਾਇਮ ਕੀਤਾ। ਇਨ੍ਹਾਂ ਮੁਲਕਾਂ ਵਿੱਚ ਭਾਰਤੀ ਲੋਕਾਂ ਦੀ ਵਸੋਂ ਦਾ ਅਨੁਮਾਨ 20 ਲੱਖ ਤੋਂ ਉੱਪਰ ਲਾਇਆ ਜਾਂਦਾ ਸੀ ਤੇ ਉਹ ਸਭ ਅੰਗਰੇਜ਼ਾਂ ਦੇ ਵਿਰੋਧੀ ਸਨ। ਭਾਰਤੀ ਸਹਿਯੋਗ ਪ੍ਰਾਪਤ ਕਰਨ ਲਈ ਜਾਪਾਨੀਆਂ ਨੇ ਰਾਸ ਬਿਹਾਰੀ ਬੋਸ ਨੂੰ ਚੁਣਿਆ। ਬੋਸ ਦਾ ਭਾਰਤੀ ਦੇਸ਼ ਭਗਤਾਂ ਵਿੱਚ ਕਾਫੀ ਸਤਿਕਾਰ ਕੀਤਾ ਜਾਂਦਾ ਸੀ ਤੇ ਉਹਦੇ ਗਦਰ ਲਹਿਰ ਨਾਲ ਪਹਿਲੇ ਸਬੰਧਾਂ ਕਾਰਨ ਸਿੱਖ ਉਹਦੀ ਬਹੁਤ ਇੱਜ਼ਤ ਕਰਦੇ ਸਨ। 1915 ਤੋਂ ਉਹ ਜਾਪਾਨ ਵਿੱਚ ਰਹਿ ਰਿਹਾ ਸੀ ਤੇ ਉੱਥੇ ਉਸਨੇ ਬਲੈਕ ਡਰੈਗਨ ਸੁਸਾਇਟੀ ਦੇ ਮੁਖੀ ਦੀ ਲੜਕੀ ਨਾਲ ਵਿਆਹ ਵੀ ਕਰਵਾ ਲਿਆ। ਰਾਸ ਬਿਹਾਰੀ ਬੋਸ ਨੇ ਜਾਪਾਨੀ ਸਰਕਾਰ ਨੂੰ ਇਸ ਗੱਲ ਲਈ ਮਨਾ ਲਿਆ ਕਿ ਇੰਗਲੈਂਡ ਨਾਲ ਲੜਾਈ ਦੀ ਸੂਰਤ ਵਿੱਚ ਭਾਰਤੀਆਂ ਨਾਲ ਵੈਰੀ ਮੁਲਕ ਦੀ ਪਰਜਾ ਵਾਲਾ ਸਲੂਕ ਨਹੀਂ ਕੀਤਾ ਜਾਵੇਗਾ ਤੇ ਫੌਜੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਸਗੋਂ ਉਹ ਫੌਜੀ ਅਮਲਾ ਰਾਸ ਬਿਹਾਰੀ ਬੋਸ ਦੇ ਹਵਾਲੇ ਕੀਤਾ ਜਾਵੇਗਾ। ਜਾਪਾਨੀ ਗੁਪਤਚਰ ਵਿਭਾਗ ਦੇ ਮੇਜਰ ਫੂਜੀਵਾਰਾ ਨੂੰ ਤਾਲਮੇਲ ਅਫਸਰ ਨਿਯੁਕਤ ਕੀਤਾ ਗਿਆ। ਉਸ ਦੇ ਵਿਭਾਗ ਦਾ ਨਾਮ ਉਸ ਦੇ ਨਾਮ ਅਨੁਸਾਰ ਫੂਜੀਵਾਰਾ ਕੇਕਾਨ ਰੱਖਿਆ ਗਿਆ। ਰਾਸ ਬਿਹਾਰੀ ਬੋਸ ਨੇ ਸਿੱਖਾਂ ਨੂੰ ਖਾਸ ਮਹੱਤਵ ਤੇ ਤਰਜੀਹ ਦਿੱਤੀ। ਉਸਨੇ ਥਾਈਲੈਂਡ ਤੇ ਮਲਾਇਆ ਦੀਆਂ ਸਿੱਖ ਜਥੇਬੰਦੀਆਂ ਨਾਲ ਤੇ ਸਿੱਖ ਪਲਟਨਾਂ ਦੇ ਗ੍ਰੰਥੀਆਂ ਨਾਲ ਸੰਪਰਕ ਸਥਾਪਿਤ ਕੀਤੇ। ਰਾਸ ਬਿਹਾਰੀ ਬੋਸ ਅੱਗੇ ਵਧ ਰਹੀਆਂ ਜਾਪਾਨੀ ਫੌਜਾਂ ਦੇ ਮਗਰ ਤੁਰਦਾ ਗਿਆ। ਜਿੱਥੇ ਵੀ ਉਹ ਪਹੁੰਚਦਾ ਉਹ ਭਾਰਤੀ ਸੁਤੰਤਰਤਾ ਲੀਗ ਦੀ ਸਥਾਪਨਾ ਕਰ ਦਿੰਦਾ। ਜਾਪਾਨੀ ਸੈਨਾਵਾਂ ਨੇ ਥਾਈ ਮਲਾਇਆ ਸੀਮਾ ਪਾਰ ਕਰਕੇ ਵਿਰੋਧੀ ਭਾਰਤੀ ਬਰਤਾਨਵੀ ਸੈਨਾਵਾਂ ਨੂੰ ਹਾਰ ਦਿੱਤੀ। ਹਜ਼ਾਰਾਂ ਹੀ ਗ੍ਰਿਫਤਾਰ ਕੀਤੇ ਗਏ। ਭਾਰਤੀਆਂ ਵਿੱਚ 1/14 ਪੰਜਾਬ ਪਲਟਨ ਦਾ ਕਪਤਾਨ ਮੋਹਨ ਸਿੰਘ ਸੀ। ਮੋਹਨ ਸਿੰਘ ਨੇ ਆਪਣੀਆਂ ਸੇਵਾਵਾਂ ਵੀ ਜਾਪਾਨੀ ਕਮਾਂਡਰ ਨੂੰ ਪੇਸ਼ ਕਰ ਦਿੱਤੀਆਂ। ਅਲੌਰ ਸਟਾਰ ਕੈਂਪ ਵਿੱਚ ਭਾਰਤੀ ਜੰਗੀ ਕੈਦੀ ਮੋਹਨ ਸਿੰਘ ਦੇ ਹਵਾਲੇ ਕਰ ਦਿੱਤੇ ਗਏ। ਉਸ ਦੀ ਪਦ ਉੱਨਤੀ ਕਰਕੇ ਉਸ ਨੂੰ ਜਨਰਲ ਬਣਾ ਦਿੱਤਾ ਗਿਆ ਤੇ ਉਹ ਨਵੀਂ ਸਥਾਪਿਤ ਕੀਤੀ ਆਜ਼ਾਦ ਹਿੰਦ ਫੌਜ ਯਾਨੀ INA ਇੰਡੀਅਨ ਨੈਸ਼ਨਲ ਆਰਮੀ ਦੇ ਨਾਮ ਦੇ ਪਹਿਲੇ ਅੱਖਰ ਦਾ ਸੈਨਾਪਤੀ ਬਣਾ ਦਿੱਤਾ ਗਿਆ। ਆਜ਼ਾਦ ਹਿੰਦ ਫੌਜ ਦੇ ਪਹਿਲੇ ਦਸਤੇ ਨੇ ਸਿੰਗਾਪੁਰ ਉੱਤੇ ਜਾਪਾਨੀ ਹਮਲੇ ਦੀ ਅਗਵਾਈ ਕੀਤੀ ਤੇ ਉਸ ਉੱਪਰ 15 ਜਨਵਰੀ 1942 ਨੂੰ ਅਧਿਕਾਰ ਕਰ ਲਿਆ। ਸਿੰਗਾਪੁਰ ਵਿੱਚ 45,000 ਭਾਰਤੀ ਜੰਗੀ ਕੈਦੀ ਇਕੱਠੇ ਕੀਤੇ ਗਏ, ਜਿਹੜੇ 20,000 ਫੌਜੀਆਂ ਨੇ ਸਵੈ ਇੱਛਾ ਨਾਲ INA ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ। ਉਹਨਾਂ ਵਿੱਚ ਕਾਫੀ ਭਾਰੀ ਗਿਣਤੀ ਸਿੱਖਾਂ ਦੀ ਸੀ।
ਜਨਰਲ ਮੋਹਨ ਸਿੰਘ ਨੇ ਆਪਣਾ ਮੁੱਖ ਦਫ਼ਤਰ ਸਿੰਗਾਪੁਰ ਕਾਇਮ ਕੀਤਾ, ਜੋ ਕਿ ਫੂਜੀਵਾਰਾ ਕੇਕਾਨ ਦੇ ਦਫ਼ਤਰ ਦੇ ਨਾਲ ਲੱਗਵਾਂ ਹੀ ਸੀ। ਉਸ ਨੇ ਸੈਗਾਓਂ ਵਿੱਚ ਫੀਲਡ ਮਾਰਸ਼ਲ ਕਾਊਂਟ ਤੇਰੋਚੀ ਨਾਲ ਮੁਲਾਕਾਤ ਕਰਕੇ ਇਹ ਟੋਹ ਲਾਉਣ ਦੀ ਕੋਸ਼ਿਸ਼ ਕੀਤੀ ਕਿ ਜਾਪਾਨੀ ਆਜ਼ਾਦ ਹਿੰਦ ਫੌਜ ਦੀ ਨਿਸ਼ਚਿਤ ਤੌਰ 'ਤੇ ਕੀ ਭੂਮਿਕਾ ਚਾਹੁੰਦੇ ਸਨ। ਉਸ ਨੂੰ ਕਿਹਾ ਗਿਆ ਕਿ ਰਾਸ ਬਿਹਾਰੀ ਬੋਸ ਨੇ ਟੋਕੀਓ ਵਿੱਚ ਮੀਟਿੰਗ ਬੁਲਾਈ ਹੈ, ਜਿੱਥੇ ਇਸ ਬਾਰੇ ਵਿਚਾਰ ਕੀਤੀ ਜਾਵੇਗੀ। 28 ਮਾਰਚ 1942 ਦੀ ਟੋਕੀਓ ਕਾਨਫਰੰਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਲਹਿਰ ਦੇ ਉਦੇਸ਼ ਵਿਦੇਸ਼ੀ ਗਲਬੇ ਤੋਂ ਪੂਰੇ ਸੁਤੰਤਰ ਹੋਣਗੇ ਤੇ ਹਰ ਪ੍ਰਕਾਰ ਦੇ ਨਿਯੰਤਰਣ ਤੋਂ ਮੁਕਤ ਹੋਣਗੇ। ਇੱਕ ਹੋਰ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਇਹ ਵਰਣਨ ਕੀਤਾ ਗਿਆ ਕਿ ਭਾਰਤ ਵਿਰੁੱਧ ਫੌਜੀ ਕਾਰਵਾਈ ਕੇਵਲ ਆਜ਼ਾਦ ਹਿੰਦ ਫੌਜ ਵੱਲੋਂ ਹੀ ਅਜਿਹੇ ਸੈਨਿਕ ਸਮੁੰਦਰੀ ਤੇ ਹਵਾਈ ਸਹਿਯੋਗ ਤੇ ਸਹਾਇਤਾ ਨਾਲ ਕੀਤੀ ਜਾਵੇਗੀ, ਜਿਸ ਬਾਰੇ ਇੰਡੀਅਨ ਇੰਡੀਪੈਂਡੈਂਸ ਲੀਗ ਜਾਪਾਨੀ ਅਧਿਕਾਰੀਆਂ ਨੂੰ ਬੇਨਤੀ ਕਰੇਗੀ। ਜਾਪਾਨ ਦੇ ਪ੍ਰਧਾਨ ਮੰਤਰੀ ਟੋਜ਼ੋ ਨੇ ਕਾਨਫਰੰਸ ਬਾਰੇ ਸਲਾਹ ਮਸ਼ਵਰੇ ਵਿੱਚ ਨਿੱਜੀ ਤੌਰ 'ਤੇ ਦਿਲਚਸਪੀ ਲਈ। ਪ੍ਰਤੀਨਿਧ ਫਿਰ ਬੈਂਕਾਕ ਵਿੱਚ ਸਮਾਗਮ ਕਰਨ ਲਈ ਸਹਿਮਤ ਹੋਏ, ਯਾਨੀ ਥਾਈਲੈਂਡ ਦੀ ਚੋਣ, ਜੋ ਕਿ ਨਿਰਪੱਖ ਤੇ ਸੁਤੰਤਰ ਮੁਲਕ ਸੀ, ਅਗਲੇ ਸਮਾਗਮ ਦੇ ਸਥਾਨ ਵਜੋਂ ਜਾਣ-ਬੁੱਝ ਕੇ ਕੀਤੀ ਗਈ। 15 ਜੂਨ 1942 ਵਿੱਚ ਹੋਈ ਬੈਂਕਾਕ ਕਾਨਫਰੰਸ ਵਿੱਚ ਏਸ਼ੀਆਈ ਮੁਲਕਾਂ ਦੇ ਭਾਰਤੀ ਫਿਰਕਿਆਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ। ਜਨਰਲ ਮੋਹਨ ਸਿੰਘ ਦੇ ਨਾਲ 30 ਅਫਸਰ ਸਨ। ਕੇਂਦਰੀ ਤਾਕਤਾਂ ਦੇ ਪ੍ਰਤੀਨਿਧ, ਇਟਲੀ, ਜਰਮਨੀ ਤੇ ਥਾਈ ਵਿਦੇਸ਼ ਮੰਤਰੀ ਵੀ ਹਾਜ਼ਰ ਸਨ। ਕਾਨਫਰੰਸ ਵਿੱਚ ਇਹ ਮੰਗ ਦੁਹਰਾਈ ਗਈ ਕਿ ਜਾਪਾਨੀ ਸਰਕਾਰ ਭਾਰਤ ਪ੍ਰਤੀ ਆਪਣੀ ਨੀਤੀ ਦਾ ਕੋਈ ਨਿਸ਼ਚਿਤ ਐਲਾਨ ਕਰੇ। ਜਾਪਾਨੀ ਸਰਕਾਰ ਨੇ ਬੈਂਕਾਕ ਮਤਿਆਂ ਪ੍ਰਤੀ ਕੋਈ ਅਨੁਕੂਲ ਤੇ ਸੁਖਾਵੀਂ ਪ੍ਰਤੀਕਿਰਿਆ ਨਾ ਪ੍ਰਗਟ ਕੀਤੀ। ਇਸ ਦੇ ਉਲਟ ਕਰਨਲ ਇਵਾਗੁਰੋ ਨੇ, ਜੋ ਕਰਨਲ ਫੂਜੀਵਾਰਾ ਦਾ ਤਾਲਮੇਲ ਅਫਸਰ ਵਜੋਂ ਉੱਤਰਾਧਿਕਾਰੀ ਸੀ, ਸਾਫ਼ ਹੀ ਕਹਿ ਦਿੱਤਾ ਕਿ ਉਸ ਦੀ ਸਰਕਾਰ ਦਾ ਇਸ ਬਾਰੇ ਹੋਰ ਕੋਈ ਬਿਆਨ ਦੇਣ ਦਾ ਇਰਾਦਾ ਨਹੀਂ ਸੀ। ਕੁਝ ਹੋਰ ਕਾਰਨਾਂ ਕਰਕੇ ਵੀ ਮੋਹਨ ਸਿੰਘ ਨੂੰ ਜਾਪਾਨੀਆਂ ਦੀ ਨੇਕ ਨੀਤੀ 'ਤੇ ਸ਼ੱਕ ਹੋ ਗਿਆ। ਜਾਪਾਨੀ ਆਜ਼ਾਦ ਹਿੰਦ ਫੌਜ ਦੇ ਰੇਡੀਓ ਪ੍ਰਸਾਰਨਾਂ ਦਾ ਨਿਰੀਖਣ ਕਰਕੇ ਦੋਸ਼ ਲੱਭਣ ਲੱਗ ਪਏ। ਉਹਨਾਂ ਦਾ ਭਾਰਤੀ ਕੈਦੀਆਂ ਨਾਲ ਵਤੀਰਾ ਕੁਰੱਖ ਤੇ ਸਖਤ ਹੋ ਗਿਆ। ਵਾਅਦਿਆਂ ਦੇ ਉਲਟ ਉਹਨਾਂ ਨੇ ਬਰਮਾ ਵਿੱਚ ਭਾਰਤੀ ਸ਼ਰਨਾਰਥੀਆਂ ਦੀ ਜਾਇਦਾਦ 'ਤੇ ਕਬਜ਼ਾ ਕਰ ਲਿਆ। ਸਿੰਗਾਪੁਰ ਵਿੱਚ ਜਾਪਾਨੀ ਕਮਾਂਡਰ ਨੇ ਆਜ਼ਾਦ ਹਿੰਦ ਫੌਜ ਦੇ ਅਮਲੇ ਦਾ ਆਪ ਨਿਯੰਤਰਣ ਸੰਭਾਲ ਲਿਆ ਤੇ INA ਦੇ ਪਹਿਲੇ ਸੈਨਾ ਦਲ ਨੂੰ ਜਿੱਤ ਕਰਨਾ ਸ਼ੁਰੂ ਕਰ ਦਿੱਤਾ। ਜਾਪਾਨੀਆਂ ਦੇ ਮੁਠੀਆ ਲੱਗੇ ਰਾਸ ਬਿਹਾਰੀ ਬੋਸ ਦੇ ਸਬੰਧ ਮੋਹਨ ਸਿੰਘ ਨਾਲ ਉਤਸ਼ਾਹਹੀਨ ਹੋ ਗਏ। ਕਾਰਵਾਈ ਕਮੇਟੀ ਨੇ ਕਰਨਲ ਇਵਾਗੁਰੋ ਨੂੰ ਯਾਦ ਪੱਤਰ ਦੇ ਕੇ ਇੰਡੀਅਨ ਇੰਡੀਪੈਂਡੈਂਸ ਲੀਗ, ਕੌਂਸਲ ਆਫ ਐਕਸ਼ਨ ਤੇ INA ਯਾਨੀ ਆਜ਼ਾਦ ਹਿੰਦ ਫੌਜ ਨੂੰ ਸਰਕਾਰੀ ਤੌਰ 'ਤੇ ਮਾਨਤਾ ਦੇਣ ਤੇ ਭਾਰਤ ਪ੍ਰਤੀ ਜਾਪਾਨੀ ਨੀਤੀ ਦੇ ਸਪਸ਼ਟ ਐਲਾਨ ਦੀ ਮੰਗ ਕੀਤੀ। ਇਵਾਗੁਰੋ ਨੂੰ ਗੁੱਸਾ ਆ ਗਿਆ। ਉਸ ਨੇ ਮੂੰਹ ਤੋੜ ਉੱਤਰ ਦਿੰਦਿਆਂ ਕਿਹਾ, ਜਦੋਂ ਕੰਮ ਕਰਨਾ ਹੋਵੇ ਤਾਂ ਅਜਿਹੀਆਂ ਕਾਨੂੰਨੀ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ। ਦੋਹੀਂ ਪਾਸੀਂ ਸ਼ੱਕ ਵਧਣ ਲੱਗਾ। ਜਾਪਾਨੀਆਂ ਕੋਲ ਮੋਹਨ ਸਿੰਘ ਦੇ ਕੁਝ ਸਹਿਯੋਗੀਆਂ ਉੱਪਰ ਸ਼ੱਕ ਕਰਨ ਦੇ ਕਾਰਨ ਵੀ ਸਨ, ਖਾਸ ਕਰਕੇ ਕਰਨਲ ਨਰਿੰਜਨ ਸਿੰਘ ਗਿੱਲ, ਜਿਸ ਨੂੰ ਬਰਮਾ ਦਾ ਇੰਚਾਰਜ ਬਣਾਇਆ ਗਿਆ ਸੀ। ਇਸ ਦੀ ਹੱਦ ਉਸ ਸਮੇਂ ਹੋ ਗਈ ਜਦੋਂ ਦਸੰਬਰ 1942 ਵਿੱਚ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੋਹਨ ਸਿੰਘ ਨੇ ਆਜ਼ਾਦ ਹਿੰਦ ਫੌਜ ਤੋੜ ਦਿੱਤੀ ਤੇ ਆਪ ਤਿਆਗ ਪੱਤਰ ਦੇ ਦਿੱਤਾ। ਉਸ ਨੂੰ ਵੀ ਨਜ਼ਰਬੰਦ ਕਰ ਲਿਆ ਗਿਆ। ਇਨ੍ਹਾਂ ਆਦਮੀਆਂ ਦੇ ਲਾਂਭੇ ਹੋ ਜਾਣ ਨਾਲ ਸਿੱਖਾਂ ਦਾ INA ਆਜ਼ਾਦ ਹਿੰਦ ਫੌਜ ਪ੍ਰਤੀ ਜੋਸ਼ ਮੱਠਾ ਪੈ ਗਿਆ। ਰਾਸ ਬਿਹਾਰੀ ਬੋਸ ਨੇ INA ਦੀ ਪੁਨਰ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਸਭ ਆਦਮੀ ਹੌਸਲਾ ਹਾਰ ਚੁੱਕੇ ਸਨ। ਉਹ ਜੂਨ 1943 ਵਿੱਚ ਚਿੱਤਰਪਟ ਤੋਂ ਪਾਸੇ ਹੋ ਗਿਆ, ਜਦੋਂ ਸੁਭਾਸ਼ ਚੰਦਰ ਬੋਸ ਜਰਮਨੀ ਤੋਂ ਉੱਥੇ ਪਹੁੰਚ ਗਿਆ। ਸੁਭਾਸ਼ ਨੇ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਸਦਾਰਤ ਸੰਭਾਲ ਲਈ ਤੇ ਉਹ INA ਦਾ ਸਰਵਉੱਚ ਸੈਨਾਪਤੀ ਬਣ ਗਿਆ। ਸੁਭਾਸ਼ ਚੰਦਰ ਬੋਸ ਨੇ ਸਿੰਗਾਪੁਰ ਵਿੱਚ ਭਾਰੀ ਇਕੱਠ ਕੀਤਾ, ਜਿੱਥੇ ਉਸਨੇ ਆਜ਼ਾਦ ਹਿੰਦ ਦੀ ਆਰਜੀ ਸਰਕਾਰ ਦੀ ਸਥਾਪਨਾ ਦਾ ਐਲਾਨ ਕੀਤਾ, ਜਿਸ ਵਿੱਚ ਉਹ ਰਾਜ ਦਾ ਮੁਖੀ ਬਣਿਆ। ਉਸ ਦੇ ਮੰਤਰੀ ਮੰਡਲ ਵਿੱਚ 4 ਮੰਤਰੀ ਤੇ 8 ਫੌਜ ਦੇ ਪ੍ਰਤੀਨਿਧ ਸਨ। ਆਜ਼ਾਦ ਹਿੰਦ ਦੀ ਆਰਜੀ ਸਰਕਾਰ ਨੂੰ ਕੇਂਦਰੀ ਤਾਕਤਾਂ ਤੇ ਉਹਨਾਂ ਦੀਆਂ ਪਿਛਲਗ ਸਰਕਾਰਾਂ ਨੇ ਮਾਨਤਾ ਦਿੱਤੀ। ਇਸ ਨੇ ਅਮਰੀਕਾ ਤੇ ਸੰਯੁਕਤ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਜਦੋਂ ਜੰਗ ਦਾ ਪਾਸਾ ਬਦਲਿਆ ਤਾਂ ਜਾਪਾਨੀ ਮੋਹਨ ਸਿੰਘ ਦੀ ਆਜ਼ਾਦ ਹਿੰਦ ਫੌਜ ਦੇ ਮੁਕਾਬਲੇ ਤੇ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਨਾਲ ਵਧੇਰੇ ਸਹਿਯੋਗ ਕਰਨ ਲੱਗੇ। ਨੇਤਾ ਜੀ, ਜਿਸ ਦਾ ਨਾਮ ਨਾਲ ਸੁਭਾਸ਼ ਨੂੰ ਸੰਬੋਧਿਤ ਕੀਤਾ ਜਾਣ ਲੱਗਾ, ਜਦੋਂ ਨਵੰਬਰ 1943 ਵਿੱਚ ਗ੍ਰੇਟ ਈਸਟ ਏਸ਼ੀਆ ਨੈਸ਼ਨਲਜ਼ ਕਾਨਫਰੰਸ ਵਿੱਚ ਭਾਗ ਲੈਣ ਲਈ ਟੋਕੀਓ ਪਹੁੰਚੇ ਤਾਂ ਉਹਨਾਂ ਦਾ ਭਰਪੂਰ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਅੰਡੇਮਾਨ ਤੇ ਨਿਕੋਬਾਰ ਦੀਪ ਆਜ਼ਾਦ ਹਿੰਦ ਫੌਜ ਦੇ ਹਵਾਲੇ ਕਰ ਦਿੱਤੇ ਗਏ। ਸੁਭਾਸ਼ ਬੋਸ ਨੇ ਆਪਣਾ ਸਦਰ ਮੁਕਾਮ ਰੰਗੂਨ ਵਿੱਚ ਬਦਲ ਲਿਆ ਤੇ ਆਜ਼ਾਦ ਹਿੰਦ ਫੌਜ ਨੂੰ ਲੜਾਈ ਲਈ ਭਾਰਤ ਬਰਮਾ ਸਰਹੱਦ 'ਤੇ ਭੇਜ ਦਿੱਤਾ ਗਿਆ। ਫਰਵਰੀ 1944 ਦੇ ਸ਼ੁਰੂ ਵਿੱਚ ਇਸ ਨੇ ਅੰਗਰੇਜ਼ੀ ਸੈਨਾ ਵਿਰੁੱਧ ਲੜਾਈ ਲੜੀ
ਤੇ ਭਾਰਤੀ ਇਲਾਕੇ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਈ। ਨੇਤਾ ਜੀ ਦੇ ਮੁੱਖ ਦਫ਼ਤਰ ਵਿੱਚ ਬਹੁਤ ਜਸ਼ਨ ਮਨਾਏ ਗਏ। ਅਗਲੇ 2 ਮਹੀਨਿਆਂ ਵਿੱਚ ਅਰਾਕਾਨ ਮੁਹਾਜ਼ ਤੋਂ ਆਈਐਨਏ ਨੇ ਇੰਫਾਲ ਜਿੱਤਣ ਲਈ ਆਕਰਮਣ ਜਾਰੀ ਰੱਖਿਆ। ਮਈ ਤੱਕ ਇਹ ਹਮਲਾ ਹੌਲੀ-ਹੌਲੀ ਰੁਕ ਗਿਆ। ਜਦੋਂ ਵਰਖਾ ਰੁੱਤ ਸ਼ੁਰੂ ਹੋਈ ਤਾਂ ਪਹਿਲ ਅੰਗਰੇਜ਼ਾਂ ਦੇ ਹੱਥ ਆ ਗਈ ਤੇ ਆਈਐਨਏ ਪਿੱਛੇ ਹਟਣ ਲੱਗੀ। ਇਸ ਦੀ ਗਿਣਤੀ ਘੱਟ ਸੀ। ਭੋਜਨ ਤੇ ਸਾਜ਼ੋ ਸਮਾਨ ਵੱਲੋਂ ਇਸ ਦੀ ਹਾਲਤ ਬਹੁਤ ਭੈੜੀ ਸੀ। ਜਾਪਾਨੀਆਂ ਨੇ ਇਸ ਨੂੰ ਭਾਰੀ ਤੋਪਾਂ, ਵੱਡੇ ਹਥਿਆਰ ਤੇ ਹਵਾਈ ਸੁਰੱਖਿਆ ਤੇ ਸਮਰਥਨ ਨਾ ਦਿੱਤਾ। ਇੰਫਾਲ ਜਿੱਤਣ ਲਈ ਗਈ 6,000 ਫੌਜ ਵਿੱਚੋਂ 1,500 ਭਗੌੜੇ ਹੋ ਕੇ ਅੰਗਰੇਜ਼ਾਂ ਨਾਲ ਰਲ ਗਏ ਜਾਂ ਬਿਨਾਂ ਲੜਿਆਂ ਉਹਨਾਂ ਨੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ। ਹੋਰ 1,500 ਭੁੱਖ ਤੇ ਬਿਮਾਰੀ ਨਾਲ ਮਰ ਗਏ। ਜਿਹੜੇ ਵਾਪਸ ਟਿਕਾਣੇ ਤੇ ਮੁੜ ਕੇ ਆਏ ਉਹ ਹਸਪਤਾਲ ਵਿੱਚ ਦਾਖਲ ਕਰਵਾ ਦਿੱਤੇ ਗਏ। ਆਈਐਨਏ ਦੀ ਮਾੜੀ ਕਾਰਗੁਜ਼ਾਰੀ ਨੇਤਾ ਜੀ ਲਈ ਬਹੁਤ ਵੱਡੀ ਮਾਯੂਸੀ ਸੀ, ਪਰ ਉਸਨੇ ਆਸ ਉਮੀਦ ਦਾ ਲੜ ਨਾ ਛੱਡਿਆ। ਜਦੋਂ ਵਰਖਾ ਰੁੱਤ ਖਤਮ ਹੋਈ ਤਾਂ ਉਸਨੇ 2 ਹੋਰ ਪਲਟਨਾਂ ਨੂੰ ਸਿਖਲਾਈ ਦੇ ਕੇ ਤਿਆਰ ਕਰ ਲਿਆ। ਜਨਵਰੀ 1945 ਵਿੱਚ ਆਈਐਨਏ ਨੇ ਇਰਾਵਦੀ ਨਦੀ ਕਿਨਾਰੇ 14ਵੀਂ ਬਰਤਾਨਵੀ ਸੈਨਾ ਨਾਲ ਦੂਸਰੇ ਗੇੜ ਦੀ ਲੜਾਈ ਲੜੀ। ਇਸ ਦੂਸਰੀ ਸੈਨਾ ਦੀ ਕਾਰਗੁਜ਼ਾਰੀ ਪਹਿਲੀ ਆਈਐਨਏ ਨਾਲੋਂ ਵੀ ਮਾੜੀ ਸੀ। ਗਦਾਰੀਆਂ ਤੇ ਆਤਮ ਸਮਰਪਣ ਨਾਲ ਇਸ ਦੀ ਗਿਣਤੀ ਬਹੁਤ ਘਟ ਗਈ। ਮਈ ਦੇ ਅੱਧ ਤੱਕ ਆਈਐਨਏ ਦੇ ਨਾਇਕਤਵ ਯੁੱਗ ਦਾ ਮਹਿਮਾ ਰਹਿਤ ਅੰਤ ਹੋ ਗਿਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਰੰਗੂਨ ਤੋਂ ਸਿੰਗਾਪੁਰ ਪਰਤ ਗਿਆ ਤੇ ਸਿੰਗਾਪੁਰ ਤੋਂ ਬੈਂਕਾਕ ਚਲਾ ਗਿਆ। 18 ਅਗਸਤ 1945 ਨੂੰ ਉਸ ਨੂੰ ਟੋਕੀਓ ਲਿਜਾ ਰਿਹਾ ਜਹਾਜ਼ ਤਬਾਹ ਹੋ ਗਿਆ ਤੇ ਇਸ ਤਰ੍ਹਾਂ ਇੱਕ ਸੌਖ ਤੇ ਅਡੰਬਰੀ ਜੀਵਨ ਦਾ ਅੰਤ ਹੋ ਗਿਆ। ਮਾਰਚ-ਅਪ੍ਰੈਲ 1942 ਵਿੱਚ ਕ੍ਰਿਪਸ ਮਿਸ਼ਨ। ਜਦੋਂ ਜਾਪਾਨੀ ਫੌਜਾਂ ਏਸ਼ੀਆ ਵਿੱਚ ਧਾਵੇ ਤੇ ਧਾਵੇ ਕਰਕੇ ਅਧਿਕਾਰ ਜਮਾ ਰਹੀਆਂ ਸਨ ਤਾਂ ਭਾਰਤ ਦੇ ਰਾਜਸੀ ਮਾਹੌਲ ਦਾ ਬੈਰੋਮੀਟਰ ਕੋਈ ਤਬਦੀਲੀ ਪ੍ਰਗਟ ਨਹੀਂ ਕਰ ਰਿਹਾ ਸੀ। ਵਾਇਸਰਾਏ ਨੇ ਕਾਂਗਰਸ ਨੇਤਾਵਾਂ ਨੂੰ ਰਿਹਾ ਤਾਂ ਕਰ ਦਿੱਤਾ, ਪਰੰਤੂ ਉਹਨਾਂ ਦਾ ਦਿਲ ਜਿੱਤਣ ਵਿੱਚ ਨਾਕਾਮ ਰਿਹਾ। ਇੱਥੋਂ ਤੱਕ ਕਿ 1942 ਦੀ ਬਸੰਤ ਰੁੱਤ ਵਿੱਚ ਜਦੋਂ ਜਾਪਾਨੀ ਤੇ ਆਜ਼ਾਦ ਹਿੰਦ ਫੌਜਾਂ ਦੇ ਦਲ ਭਾਰਤੀ ਬਰਮੀ ਸੀਮਾ ਉੱਪਰ ਅਡੋਲ ਟਿਕੇ ਹੋਏ ਸਨ ਤੇ ਜਾਪਾਨੀ ਜਹਾਜ਼ਾਂ ਨੇ ਕਲਕੱਤਾ ਤੇ ਮਦਰਾਸ ਉੱਪਰ ਬੰਬ ਸੁੱਟੇ ਸਨ, ਤਦ ਵੀ ਮੁਸਲਿਮ ਲੀਗ ਤੇ ਕਾਂਗਰਸ ਨੂੰ ਖਤਰੇ ਦਾ ਕੋਈ ਇਸ ਦਾ ਅਹਿਸਾਸ ਨਾ ਹੋਇਆ। ਬਰਤਾਨਵੀ ਸਰਕਾਰ ਨੇ ਸਰ ਸਟਾਫੋਰਡ ਕ੍ਰਿਪਸ ਨੂੰ ਇਸ ਲਈ ਭਾਰਤ ਭੇਜਿਆ ਕਿ ਉਹ ਭਾਰਤੀਆਂ ਨੂੰ ਸਹਿਯੋਗ ਦੇਣ ਲਈ ਪ੍ਰੇਰਿਤ ਕਰੇ, ਕਿਉਂਕਿ ਭਾਰਤ ਵਿੱਚ ਉਹਦੇ ਬਹੁਤ ਪ੍ਰਸ਼ੰਸਕ ਸਨ। ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਸਰ ਜੋਗਿੰਦਰ ਸਿੰਘ ਤੇ ਉੱਜਲ ਸਿੰਘ ਨੂੰ ਸਿੱਖ ਫਿਰਕੇ ਦੇ ਪ੍ਰਤੀਨਿਧ ਚੁਣਿਆ ਗਿਆ। 26 ਮਾਰਚ ਨੂੰ ਸਰਬਦਲ ਸਿੱਖ ਕਾਨਫਰੰਸ ਦਿੱਲੀ ਵਿੱਚ ਬੁਲਾਈ ਗਈ, ਜਿਸ ਵਿੱਚ ਪ੍ਰਤੀਨਿਧਾਂ ਨੂੰ ਮੋਟੀ-ਮੋਟੀ ਸੰਖੇਪ ਜਾਣਕਾਰੀ ਦਿੱਤੀ ਗਈ। ਸਰ ਸਟਾਫੋਰਡ ਦੀਆਂ ਤਜਵੀਜ਼ਾਂ ਦਾ ਖਰੜਾ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਸੀ। ਇਸ ਵਿੱਚ ਉਹਦੀ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਜਦੋਂ ਵੀ ਜੰਗ ਖਤਮ ਹੋ ਗਈ, ਉਸ ਸਮੇਂ ਹੀ ਭਾਰਤ ਦਾ ਨਵਾਂ ਸੰਵਿਧਾਨ ਬਣਾਉਣ ਲਈ ਚੁਣੇ ਹੋਏ ਭਾਰਤੀ ਪ੍ਰਤੀਨਿਧਾਂ ਨੂੰ ਨਿਮੰਤਰਿਤ ਕੀਤਾ ਜਾਵੇਗਾ। ਇਹ ਵਿਵਸਥਾ ਵੀ ਕੀਤੀ ਗਈ ਸੀ ਕਿ ਜੇ ਕੋਈ ਪ੍ਰਾਂਤ ਭਾਰਤੀ ਸੰਘ ਤੋਂ ਬਾਹਰ ਹੋਣਾ ਚਾਹੇ ਤਾਂ ਉਸ ਨੂੰ ਇਸ ਤਰ੍ਹਾਂ ਕਰਨ ਦੀ ਆਗਿਆ ਹੋਵੇਗੀ। ਕਾਂਗਰਸ ਪਾਰਟੀ ਨੇ ਇਹ ਪੇਸ਼ਕਸ਼ ਰੱਖਿਆ ਵਿਭਾਗ ਦੇ ਇਖਤਿਆਰ ਦੀ ਵੰਡ ਦੇ ਸਵਾਲ ਤੇ ਠੁਕਰਾ ਦਿੱਤੀ। ਮਿਸਟਰ ਜਿਨਾਹ ਨੇ ਇਸ ਨੂੰ ਇਸ ਲਈ ਠੁਕਰਾ ਦਿੱਤਾ ਕਿਉਂਕਿ ਉਸ ਅਨੁਸਾਰ ਪਾਕਿਸਤਾਨ ਦੀ ਮੰਗ ਪ੍ਰਵਾਨ ਨਹੀਂ ਕੀਤੀ ਗਈ ਸੀ। ਇਸ ਦੇ ਉਲਟ ਸਿੱਖ ਪ੍ਰਤੀਨਿਧ ਨੇ ਇਹਨਾਂ ਤਜਵੀਜ਼ਾਂ ਨੂੰ ਪਾਕਿਸਤਾਨ ਦੀ ਮੰਗ ਮੰਨਿਆ ਜਾਣਾ ਸਮਝਿਆ। ਆਪਣੇ ਪੱਤਰ ਵਿੱਚ ਉਹਨਾਂ ਨੇ ਵਰਣਨ ਕੀਤਾ ਕਿ ਸਿੱਖ ਸੰਗਠਨ ਨੂੰ ਅਫਸੋਸਨਾਕ ਢੰਗ ਨਾਲ ਪਾਕਿਸਤਾਨ ਦੀ ਰਚਨਾ ਤੇ ਪ੍ਰਾਂਤਾਂ ਦੇ ਵੱਖ ਹੋਣ ਦਾ ਪ੍ਰਬੰਧ ਕਰਕੇ ਧੋਖਾ ਦਿੱਤਾ ਗਿਆ ਹੈ। ਇਸ ਵਿੱਚ ਅੱਗੇ ਕਿਹਾ ਗਿਆ ਸੀ, ਸਾਨੂੰ ਹੁਣ ਉੱਕਾ ਹੀ ਇਹ ਆਸ ਨਹੀਂ ਰਹੀ ਕਿ ਸਾਡੇ ਵੱਲ ਵੀ ਕੋਈ ਧਿਆਨ ਦਿੱਤਾ ਜਾਵੇਗਾ, ਪਰੰਤੂ ਅਸੀਂ ਭਾਰਤੀ ਸੰਘ ਨਾਲੋਂ ਪੰਜਾਬ ਦੀ ਅਲਹਿਦਗੀ ਦਾ ਹਰ ਢੰਗ ਨਾਲ ਵਿਰੋਧ ਕਰਾਂਗੇ। ਸਿੱਖਾਂ ਨੇ ਹੁਣ ਕਾਂਗਰਸ 'ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਆਮ ਕਾਂਗਰਸੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਹਰ ਕਾਂਗਰਸੀ ਨੇ ਪ੍ਰਤੀਗਿਆ ਕੀਤੀ ਹੋਈ ਸੀ ਕਿ ਉਹ ਮੁਲਕ ਦੇ ਟੋਟੇ ਕਰਨ ਦੀ ਆਗਿਆ ਨਹੀਂ ਦੇਣਗੇ। ਸਰ ਸਟਾਫੋਰਡ ਕ੍ਰਿਪਸ ਦੇ ਜਾਣ ਤੋਂ ਥੋੜ੍ਹੇ ਦਿਨਾਂ ਪਿੱਛੋਂ ਹੀ ਸਿੱਖਾਂ ਦੇ ਵਿਸ਼ਵਾਸ ਨੂੰ ਭਾਰੀ ਧੱਕਾ ਲੱਗਾ। ਮਦਰਾਸ ਵਿਧਾਨ ਸਭਾ ਦੇ ਕਾਂਗਰਸ ਪਾਰਟੀ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਮੁਸਲਮਾਨਾਂ ਦੇ ਵੱਖਰੇ ਰਾਜ ਦੀ ਮੰਗ ਨੂੰ ਮੰਨ ਲਿਆ ਜਾਵੇ। ਇਸ ਧੜੇ ਦਾ ਨੇਤਾ ਕਾਂਗਰਸ ਦਾ ਅਤਿਅੰਤ ਸਤਿਕਾਰਤ ਬਜ਼ੁਰਗ ਨੇਤਾ ਸ਼੍ਰੀ ਰਾਜ ਗੋਪਾਲਾਚਾਰੀਆ ਸੀ, ਜਿਸ ਨੂੰ ਮਹਾਤਮਾ ਗਾਂਧੀ ਦਾ ਵਿਸ਼ਵਾਸ ਵੀ ਪ੍ਰਾਪਤ ਸੀ। ਕਾਂਗਰਸ ਵਰਕਿੰਗ ਕਮੇਟੀ ਨੇ ਇਹ ਮਤਾ ਅਸਵੀਕਾਰ ਕਰ ਦਿੱਤਾ ਤੇ ਰਾਜ ਗੋਪਾਲਾਚਾਰੀਆ ਨੂੰ ਤਿਆਗ ਪੱਤਰ ਦੇਣ ਲਈ ਮਜਬੂਰ ਕਰ ਦਿੱਤਾ, ਪਰੰਤੂ ਫਾਨਾ ਠੋਕ ਦਿੱਤਾ ਗਿਆ ਸੀ ਤੇ ਬਸ ਹੁਣ ਤਾਂ ਭਾਰਤ ਦੀ ਏਕਤਾ ਨੂੰ ਤੋੜਨ ਲਈ ਮੁਸਲਿਮ ਲੀਗ ਨੂੰ ਕੇਵਲ ਹਥੌੜੇ ਨਾਲ ਸੱਟ ਮਾਰਨ ਦੀ ਹੀ ਲੋੜ ਸੀ। ਨੈਸ਼ਨਲ ਕਾਂਗਰਸ ਆਪਣੀ ਜ਼ਿੱਦ ਦੀ ਚਰਮ ਸੀਮਾ ਤੇ 1942 ਅਗਸਤ ਵਿੱਚ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਅੰਦੋਲਨ ਸ਼ੁਰੂ ਕਰਕੇ ਪਹੁੰਚ ਗਈ। ਮਹਾਤਮਾ ਗਾਂਧੀ ਤੇ ਸਭ ਉੱਘੇ ਕਾਂਗਰਸੀ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਾਂਗਰਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ।
ਪੂਰਬੀ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਰੇਲ ਲਾਈਨਾਂ ਉਖਾੜਨ ਦੀ ਤੇ ਪੂਰਬੀ ਖੇਤਰ ਵਿੱਚ ਆਵਾਜਾਈ ਦੇ ਸਾਧਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਨੂੰ ਇਹ ਮੁਹਿੰਮ ਕੁਚਲ ਦੇਣ ਵਿੱਚ ਬਹੁਤ ਮੁਸ਼ਕਲ ਪੇਸ਼ ਨਾ ਆਈ। ਪੰਜਾਬ ਪੂਰੀ ਤਰ੍ਹਾਂ ਸ਼ਾਂਤ ਰਿਹਾ। ਕਿਸੇ ਨੇ ਕਾਂਗਰਸੀਆਂ ਦੀ ਗ੍ਰਿਫਤਾਰੀ ਦੀ ਬਹੁਤੀ ਪਰਵਾਹ ਵੀ ਨਾ ਕੀਤੀ। ਵਾਇਸਰਾਏ ਨੇ ਜੰਗ ਵਿੱਚ ਸਹਿਯੋਗ ਲੈਣ ਲਈ ਦੂਸਰੀਆਂ ਪਾਰਟੀਆਂ ਦਾ ਰੁਖ ਕੀਤਾ। ਕਮਿਊਨਿਸਟ ਪਾਰਟੀ ਤੋਂ ਪਾਬੰਦੀ ਹਟਾ ਲਈ ਗਈ। ਪੰਜਾਬੀ ਕਮਿਊਨਿਸਟਾਂ ਦੀ ਬਹੁਤ ਭਾਰੀ ਗਿਣਤੀ ਸਿੱਖਾਂ ਦੀ ਹੀ ਸੀ। ਉਹਨਾਂ ਨੇ ਲਾਹੌਰ ਵਿੱਚ ਇੱਕ ਵੱਡੀ ਇਮਾਰਤ ਲੈ ਕੇ ਗੁਰਮੁਖੀ ਸਮੇਤ ਕਈ ਭਾਸ਼ਾਵਾਂ ਵਿੱਚ ਪ੍ਰਚਾਰ ਕਰਨ ਲਈ ਸਾਹਿਤ ਛਾਪਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਹਫ਼ਤਾਵਾਰ ਜੰਗ ਆਜ਼ਾਦੀ ਤੇ ਹੋਰ ਕਿਤਾਬਚਿਆਂ ਵਿੱਚ ਪਾਕਿਸਤਾਨ ਦੀ ਮੁਸਲਿਮ ਮੰਗ ਦੀ ਹਮਾਇਤ ਕੀਤੀ। ਮੁਸਲਿਮ ਲੀਗ ਵੀ ਹੁਣ ਮੈਦਾਨ ਵਿੱਚ ਆ ਗਈ ਸੀ। ਮੁਸਲਮਾਨਾਂ ਦਾ ਵਾਹਦ ਨੇਤਾ ਬਣਨ ਦੀ ਜਿਨ੍ਹਾਂ ਦੀ ਇੱਛਾ ਵਿੱਚ ਆਖਰੀ ਰੋਕ ਵੀ ਦਸੰਬਰ 1942 ਵਿੱਚ ਸਰ ਸਿਕੰਦਰ ਹਯਾਤ ਖਾਂ ਦੀ ਮੌਤ ਨਾਲ ਦੂਰ ਹੋ ਗਈ। 1943 ਦੀਆਂ ਗਰਮੀਆਂ ਵਿੱਚ ਪਾਕਿਸਤਾਨ ਦੇ ਹੱਕ ਵਿੱਚ ਇੱਕ ਹੋਰ ਹਮਲਾ ਉਸ ਸਮੇਂ ਵੱਜਾ ਜਦੋਂ ਮੁਸਲਿਮ ਲੀਗ ਨੂੰ ਉੱਤਰ ਪੱਛਮੀ ਸੀਮਾਂਤ ਪ੍ਰਾਂਤ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਸਫਲਤਾ ਮਿਲੀ। ਸਿਰਫ ਪੰਜਾਬ ਵਿੱਚ ਹੀ ਸਰ ਹਿਜ਼ਰ ਹਯਾਤ ਖਾਨ ਟਿਵਾਣਾ, ਜੋ ਸਰ ਸਿਕੰਦਰ ਹਯਾਤ ਦਾ ਉੱਤਰਾਧਿਕਾਰੀ ਬਣਿਆ, ਮੁਸਲਿਮ ਲੀਗ ਦੇ ਉਦੇਸ਼ ਦੇ ਉਲਟ ਸਾਂਝੇ ਪੰਜਾਬ ਦੇ ਵਿਚਾਰ ਦਾ ਸਮਰਥਕ ਬਣ ਕੇ ਡਟਿਆ ਰਿਹਾ। ਮਿਸਟਰ ਜਿਨ੍ਹਾਂ ਨੇ ਯੂਨੀਅਨਿਸਟਾਂ ਉੱਪਰ ਆਪਣੀ ਸੰਸਥਾ ਦਾ ਪੂਰਾ ਦਬਾਅ ਪਾਇਆ। ਉਹ ਲਾਹੌਰ ਆਇਆ ਤੇ ਉਸਨੇ ਮੰਗ ਕੀਤੀ ਕਿ ਹਿਜ਼ਰ ਹਯਾਤ ਖਾਂ ਯੂਨੀਅਨਿਸਟ ਦਾ ਪਦ ਛੱਡ ਕੇ ਆਪਣੀ ਸਰਕਾਰ ਮੁਸਲਿਮ ਲੀਗ ਗੱਠਜੋੜ ਕਹੇ। ਖਿਜ਼ਰ ਨੇ ਇਨਕਾਰ ਕਰ ਦਿੱਤਾ। ਉਸਦੇ ਮੁਸਲਿਮ ਲੀਗੀ ਸਮਰਥਕ ਕੱਟਣੇ ਸ਼ੁਰੂ ਹੋ ਗਏ ਤੇ ਅਖੀਰ ਉਸਦੇ ਮੁੱਠੀ ਪਰ ਯੂਨੀਅਨਿਸਟਾਂ ਨੂੰ ਕਾਂਗਰਸੀਆਂ ਤੇ ਅਕਾਲੀਆਂ ਦੇ ਸਹਾਰੇ ਤੇ ਨਿਰਭਰ ਕਰਨਾ ਪਿਆ। ਇਸ ਦੌਰਾਨ ਸ਼੍ਰੀ ਰਾਜਗੋਪਾਲਾਚਾਰੀਆ ਨੇ ਸੰਯੁਕਤ ਭਾਰਤ ਦੇ ਦਿਲ ਵਿੱਚ ਫਾਨਾ ਹੋਰ ਅੱਗੇ ਤੱਕ ਦਿੱਤਾ। 10 ਜੁਲਾਈ 1944 ਈਸਵੀ ਨੂੰ ਉਸਨੇ ਆਪਣਾ ਪ੍ਰਸਿੱਧ ਫਾਰਮੂਲਾ ਛਾਪ ਦਿੱਤਾ, ਜਿਸ ਅਨੁਸਾਰ ਕਿਹਾ ਗਿਆ ਕਿ ਮੁਸਲਿਮ ਲੀਗ ਦੇ ਤੁਰਤ ਸੁਤੰਤਰਤਾ ਦੀ ਮੰਗ ਦਾ ਸਮਰਥਨ ਕਰਨ ਦੀ ਹਾਲਤ ਵਿੱਚ ਉੱਤਰ ਪੂਰਬ ਤੇ ਉੱਤਰ ਪੱਛਮ ਵਿੱਚ ਨਾਲ ਲੱਗਦੇ ਜ਼ਿਲ੍ਹਿਆਂ ਦੀ ਹੱਦਬੰਦੀ ਕਰਨ ਲਈ ਕਮਿਸ਼ਨ ਸਥਾਪਿਤ ਕੀਤਾ ਜਾਵੇਗਾ। ਜਿੱਥੇ ਮੁਸਲਮਾਨ ਬਹੁ ਗਿਣਤੀ ਵਿੱਚ ਹਨ, ਉੱਥੇ ਇਹ ਜਾਣਨ ਲਈ ਜਨਮਤ ਲਿਆ ਜਾਵੇਗਾ ਕਿ ਉਹ ਵੱਖਰੇ ਰਾਜ ਦੇ ਹਮਾਇਤੀ ਹਨ ਕਿ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ। ਰਾਜਗੋਪਾਲਾਚਾਰੀਆ ਨੇ ਇਹ ਦਾਅਵਾ ਵੀ ਕੀਤਾ ਕਿ ਮਹਾਤਮਾ ਗਾਂਧੀ, ਉਸ ਨੂੰ 1944 ਵਿੱਚ ਰਿਹਾ ਕਰ ਦਿੱਤਾ ਗਿਆ ਸੀ, ਉਸ ਨਾਲ ਸਹਿਮਤ ਸੀ। ਇਹਨਾਂ ਦੋਹਾਂ ਵਿਅਕਤੀਆਂ ਦੀ ਕਾਂਗਰਸੀ ਹਲਕਿਆਂ ਵਿੱਚ ਪਦਵੀਆਂ ਤੇ ਦਰਜਾ ਵੇਖਦਿਆਂ ਹੋਇਆਂ ਸਿੱਖਾਂ ਨੇ ਅਨੁਮਾਨ ਲਾ ਲਿਆ ਸੀ ਕਿ ਕਾਂਗਰਸ ਪਾਕਿਸਤਾਨ ਦੀ ਮੰਗ ਬਣ ਚੁੱਕੀ ਹੈ। ਸਿੱਖਾਂ ਨੇ ਰਾਜਗੋਪਾਲਾਚਾਰੀ ਗਾਂਧੀ ਸਹਿਮਤੀ ਦਾ ਸਖਤ ਵਿਰੋਧ ਕੀਤਾ। 20 ਅਗਸਤ 1944 ਨੂੰ ਅੰਮ੍ਰਿਤਸਰ ਵਿੱਚ ਆਪਣੀ ਇੱਕ ਮੀਟਿੰਗ ਵਿੱਚ, ਜਿੱਥੇ ਸਾਰੀਆਂ ਸਿੱਖ ਪਾਰਟੀਆਂ ਦੇ ਨੇਤਾ ਹਾਜ਼ਰ ਹੋਏ, ਮਹਾਤਮਾ ਗਾਂਧੀ ਦੇ ਨੇਤਰਤਵ ਦੀ ਸਖਤ ਨੁਕਤਾਚੀਨੀ ਕਰਦੇ ਭਾਸ਼ਣ ਦਿੱਤੇ ਗਏ। ਗਿਆਨੀ ਕਰਤਾਰ ਸਿੰਘ ਨੇ ਕਿਹਾ, ਸਾਨੂੰ ਆਪਣੇ ਹਿੱਤਾਂ ਦੀ ਰਾਖੀ ਲਈ ਹੁਣ ਗਾਂਧੀ ਵੱਲ ਵੇਖਣ ਝਾਕਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ। ਮਾਸਟਰ ਤਾਰਾ ਸਿੰਘ ਨੇ ਪਹਿਲੀ ਵਾਰ ਇਹ ਐਲਾਨ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਹਨ, ਪਰੰਤੂ ਇੱਕ ਸੁਤੰਤਰ ਪ੍ਰਭੂਤਾ ਵਾਲੇ ਸਿੱਖ ਰਾਜ ਦੀ ਮੰਗ ਨੂੰ ਵੀ ਇੱਕ ਅਸੰਭਵ ਮੰਗ ਸਮਝ ਕੇ ਰੱਦ ਕਰ ਦਿੱਤਾ ਗਿਆ। ਉੱਜਲ ਸਿੰਘ ਤੇ ਗਿਆਨੀ ਕਰਤਾਰ ਸਿੰਘ ਨੇ ਸਾਫ਼-ਸਾਫ਼ ਕਿਹਾ ਕਿ ਆਜ਼ਾਦ ਪੰਜਾਬ ਦੀ ਮੰਗ ਤਾਂ ਕੇਵਲ ਪਾਕਿਸਤਾਨ ਦੀ ਮੰਗ ਦਾ ਮੋੜਵਾਂ ਉੱਤਰ ਹੀ ਸੀ। ਮਾਸਟਰ ਤਾਰਾ ਸਿੰਘ ਨੂੰ ਪੰਜਾਬ ਦੀ ਵੰਡ ਦੇ ਵਿਰੋਧ ਵਾਸਤੇ ਸਿੱਖਾਂ ਨੂੰ ਸੰਗਠਿਤ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਤੇ 3 ਸਤੰਬਰ ਰੋਸ ਦਿਵਸ ਲਈ ਮੁਕਰਰ ਕਰ ਦਿੱਤਾ ਗਿਆ। ਤਾਰਾ ਸਿੰਘ ਨੇ ਸਾਂਝਾ ਮੁਹਾਜ਼ ਬਣਾਉਣ ਲਈ ਦੂਸਰੇ ਸਿੱਖ ਦਲਾਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਕਰਨ ਲਈ ਇੱਕ ਉਪ ਕਮੇਟੀ ਦਾ ਗਠਨ ਕਰ ਦਿੱਤਾ। ਜੰਗ ਦਾ ਅੰਤ 7 ਮਈ 1945 ਨੂੰ ਨਾਜ਼ੀ ਜਰਮਨੀ ਨੇ ਹਥਿਆਰ ਸੁੱਟ ਦਿੱਤੇ। ਜਾਪਾਨੀ ਵੀ ਹਰ ਮੁਹਾਜ਼ ਤੇ ਪਿੱਛੇ ਹਟ ਰਹੇ ਸਨ। ਭਾਰਤ ਸਰਕਾਰ ਨੇ ਮਹਿਸੂਸ ਕੀਤਾ ਕਿ ਭਾਰਤੀ ਸਿਆਸਤਦਾਨਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਸਮਾਂ ਆ ਗਿਆ ਹੈ। ਲਾਰਡ ਵੇਵਲ ਨੇ, ਜਿਸ ਨੇ ਬਤੌਰ ਵਾਇਸਰਾਏ ਪਦਵੀ ਸਾਂਭ ਲਈ ਸੀ, ਮਾਸਟਰ ਤਾਰਾ ਸਿੰਘ ਸਮੇਤ 21 ਭਾਰਤੀ ਨੇਤਾਵਾਂ ਨੂੰ ਮਿਲਣ ਲਈ ਸੱਦਾ ਪੱਤਰ ਭੇਜੇ। ਕ੍ਰਿਪਸੀ ਯੋਜਨਾਵਾਂ ਫਿਰ ਇਸ ਖਿਆਲ ਨਾਲ ਦੁਬਾਰਾ ਰੱਖੀਆਂ ਗਈਆਂ ਕਿ ਸ਼ਾਇਦ ਉਹ ਲੰਮੇ ਸਮੇਂ ਦੇ ਹੱਲ ਵਿੱਚ ਸਹਾਈ ਹੋਣ, ਪਰੰਤੂ ਤੁਰਤ ਵਿਚਾਰ ਤਾਂ ਨਵੀਂ ਐਗਜ਼ੈਕਟਿਵ ਕੌਂਸਲ ਦਾ ਗਠਨ ਕਰਨਾ ਸੀ, ਜੋ ਗਵਰਨਰ ਜਨਰਲ ਤੇ ਕਮਾਂਡਰ ਇਨ ਚੀਫ ਤੋਂ ਬਿਨਾਂ ਸਾਰੇ ਭਾਰਤੀਆਂ ਉੱਪਰ ਹੀ ਆਧਾਰਿਤ ਹੋਣੀ ਸੀ ਤੇ ਬਰਤਾਨਵੀ ਭਾਰਤ ਨਾਲ ਸੰਬੰਧਿਤ ਵਿਦੇਸ਼ ਵਿਭਾਗ ਭਵਿੱਖ ਵਿੱਚ ਭਾਰਤੀਆਂ ਦੇ ਹਵਾਲੇ ਹੀ ਕਰਨਾ ਸੀ। ਜੂਨ 1945 ਵਿੱਚ ਨੇਤਾ ਸ਼ਿਮਲੇ ਵਿੱਚ ਇਕੱਠੇ ਹੋਏ, ਪਰੰਤੂ ਇਹ ਕਾਨਫਰੰਸ ਜਿਨ੍ਹਾਂ ਦੀ ਇਸ ਜ਼ਿੱਦ ਕਾਰਨ ਅਸਫਲ ਹੋ ਗਈ ਕਿ ਗਵਰਨਰ ਜਨਰਲ ਦੀ ਐਗਜ਼ੈਕਟਿਵ ਕੌਂਸਲ ਤੇ ਭਾਰਤੀ ਮੁਸਲਮਾਨਾਂ ਦੀ ਪ੍ਰਤੀਨਿਧਤਾ ਸਿਰਫ ਲੀਗ ਹੀ ਕਰੇ ਤੇ ਇਹ ਦਾਅਵਾ ਤਰਕ ਸੰਗਤ ਨਹੀਂ ਸੀ। ਸ਼ਿਮਲੇ ਵਿੱਚ ਜਿਨ੍ਹਾਂ ਦੇ ਰੁਖ ਨੇ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਨੂੰ ਇਸ ਗੱਲ ਦਾ ਕਾਇਲ ਬਣਾ ਦਿੱਤਾ ਕਿ ਮੁਸਲਿਮ ਲੀਗ ਨਾਲ ਸਹਿਯੋਗ ਦੀ ਕੋਈ ਵੀ ਕੋਸ਼ਿਸ਼ ਕਰਨੀ ਫਜ਼ੂਲ ਹੋਵੇਗੀ। ਫਿਰ ਵੀ ਕੁਝ ਇਹ ਸਮਝਦੇ ਸਨ ਕਿ ਮੁਸਲਿਮ ਲੀਗ ਦੀ ਜੇ ਉਹ ਚਾਹੇ ਤਾਂ ਉਹਦੀ ਅਲਹਿਦਾ ਹੋਣ ਦੀ ਮੰਗ
ਮੰਨਣੀ ਹੀ ਪਵੇਗੀ, ਬਸ਼ਰਤੇ ਕਿ ਉਹ ਉਹਨਾਂ ਨੂੰ ਆਪਣੇ ਨਾਲ ਨਾ ਖਿੱਚੇ ਜੋ ਅਜਿਹਾ ਨਹੀਂ ਚਾਹੁੰਦੇ। ਦੂਸਰੇ ਸ਼ਬਦਾਂ ਵਿੱਚ ਜੇ ਇਹ ਮੰਗ ਮੰਨ ਲਈ ਜਾਂਦੀ ਹੈ ਤਾਂ ਪੰਜਾਬ ਤੇ ਬੰਗਾਲ ਵੰਡਣਾ ਪਵੇਗਾ ਤੇ ਸਿੱਖਾਂ ਦੀ ਘੰਡੀ ਨੂੰ ਚੀਰਨ ਫਾੜਨ ਵਾਲਾ ਚਾਕੂ ਬੜੀ ਮਜ਼ਬੂਤੀ ਨਾਲ ਉਹਨਾਂ ਦੀ ਧੌਣ ਤੇ ਧਰ ਦਿੱਤਾ ਗਿਆ। ਬਾਕੀ ਅਗਲੇ ਹਿੱਸੇ ਵਿੱਚ।